श्री वाहिगुरु साहिब जीओ। सूही महला पंजवा। कर्म धर्म पाखंड जो दिसह, तिन जम जागाती लूटै। निर्वाण कीर्तन गावहु करते का, निमख सिमरत जित छूटै। कर्म धर्म पाखंड जो दिसह, तिन जम जागाती लूटै। निर्वाण कीर्तन गावहु करते का, निमख सिमरत जित छूटै। संतहु सागर पार उतरिया, जे को बचन कमावै संतन का, सो गुर प्रसादी तरिया। रहाउ कोट तीर्थ मजन इस्नाना, इस कल मह मैल भरीजै। साध संग जो हर गुण गावै, सो निर्मल कर लीजै। वेद कतेब सिमरत सब शास्त, इन पढ़िया मुक्त न होई। एक अखर जो गुरमुख जापै, तिसके निर्मल सोई। खत्री ब्राह्मण सूद वैस, उपदेश चौह वर्ना को साझा। गुरमुख नाम जपै उदरै सो कल मह, घट घट नानक माझा। खत्री ब्राह्मण सूद वैस, उपदेश चौह वर्ना को साझा। गुरमुख नाम जपै उदरै सो कल मह, घट घट नानक माझा। वाहिगुरु जी का खालसा, वाहिगुरु जी की फतेह। जुगो जुग अटल चबर अते छतर दे मालक, खंडां ब्रह्मंडां दे मालक, धन धन सतगुरु गुरु ग्रंथ साहिब महाराज जियां दी पावन ते पवित्र निघी गोद का आनंद माण रही गुर प्यारी साध संगत जीओ। आओ अमृत वेले धन धन सतगुरु गुरु तेग बहादुर साहिब महाराज जी दे पावन पवित्र चरनां दे विच बैठ के, धन कलगीधर पातशाह दे चरनां विच बैठ करके आपां अपने जीवन नूं सुखाला बनाउण दी खातर सतसंग दीआं घड़ियां दे विच बैठे हाँ। महाराज किरपा करन, साडे ते रहमत करन, क्योंकि यही अरदास करते हैं पातशाह कि सतगुर पास बेनंतियाँ मिलै नाम आधारा। तुठा सच्चा पातशाह ताप गया संसारा। हे परमात्मा किरपा कर, किरपा करके अपनी सिफत सलाह तुहाडी आप जी की सिफत असीं कर सकीए। सो सतगुर जी भरोसे की दात झोली च पाओ, नाम की दात झोली च पाओ। यही अरदास आपां गुरचरनां विच करदे हां। सो आओ नितनेम दीआं बाणीआं तो बाद रोज़ाना की तरह अरदास बेनती करके महाराज के चरनां विच हुक्मनामा साहिब की दात जो सतगुरु जी ने दित्ती, ਉਹਦੀ विचार आपां कर सकीए, सुन सकीए। रसना नूं पवित्र करदे आं, ध्यान गुरचरनां विच जोड़दे आं। आओ एक बारी प्यार सत्कार सहित सारे कहना करिए जी सतनाम।
ਅੱਜ ਦਾ ਹੁਕਮਨਾਮਾ ਸਾਹਿਬ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਸੂਹੀ ਰਾਗ ਹੈ 747 ਔਰ 748 ਅੰਗ ਦੇ ਉੱਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਸੁਭਾਏਮਾਨ ਹੈ, ਦਰਜ ਹੈ ਹੁਕਮਨਾਮਾ ਸਾਹਿਬ। ਅੱਜ ਦੇ ਇਸ ਸੂਹੀ ਰਾਗ ਦੇ ਵਿੱਚ ਸਤਿਗੁਰੂ ਜੀ ਸਾਨੂੰ ਸੰਸਾਰ ਦੇ ਰਹਾਉ ਦੀ ਜਿਹੜੀ ਪੰਕਤੀਆਂ ਨੇ ਕਿ ਮਹਾਰਾਜ ਜੇ ਕੋਈ ਸਤਿਗੁਰੂ ਜੀ ਦੇ ਬਚਨ ਨੂੰ ਕਮਾਵੇ ਤਾਂ ਹੀ ਸਾਧ ਸੰਗਤ ਜੀ ਪਾਰ ਉਤਾਰਾ ਹੋ ਸਕਦਾ ਹੈ। ਬਿਨਾਂ ਬਚਨ ਕਮਾਉਣ ਤੋਂ ਕੋਈ ਪਾਰ ਉਤਾਰਾ ਨਹੀਂ ਹੋ ਸਕਦਾ, ਕਿਉਂਕਿ ਕੇਵਲ ਤੋਂ ਕੇਵਲ ਆਪਾਂ ਦੁਨੀਆ ਰੂਪੀ ਜੇਕਰ ਆਈ ਜਾਈਏ ਔਰ ਸਤਿਗੁਰੂ ਜੀ ਦਾ ਬਚਨ ਨਾ ਮੰਨੀਏ, ਸਤਿਗੁਰੂ ਜੀ ਦੇ ਹੁਕਮ ਨੂੰ ਨਾ ਮੰਨੀਏ ਤੇ ਸਾਰਾ ਪਾਖੰਡ ਰਹਿ ਜਾਏਗਾ। ਰਹਾਉ ਵਾਲੀ ਪੰਕਤੀਆਂ ਵਿੱਚ ਮਹਾਰਾਜ ਉਚੇਚੇ ਤੌਰ 'ਤੇ ਸਮਝਾਉਂਦੇ ਆ ਕਿ ਭਾਈ ਇਹ ਜਿਹੜਾ ਤਨ ਹੈ, ਇਸ ਤਨ ਨੂੰ ਜਿੱਥੇ ਤੂੰ ਸ਼ੁੱਧ ਕਰਦਾ ਉੱਥੇ ਮਨ ਦੀ ਆਤਮਾ ਲਈ ਬਚਨ ਕਮਾਉਣਾ ਸਤਿਗੁਰੂ ਜੀ ਦਾ ਬੜਾ ਜ਼ਰੂਰੀ ਹੈ। ਆਪਾਂ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਹਾਂ, ਉਸ ਦੇ ਨਾਲ ਇਹਦੇ ਨਾਲ ਇਹ ਸਾਡਾ ਭਾਵ ਹੁੰਦਾ ਕਿ ਅਸੀਂ ਸਤਿਗੁਰੂ ਜੀ ਆਪ ਜੀ ਨੂੰ ਆਪਣਾ ਇਸ਼ਟ ਮੰਨਦੇ ਹਾਂ, ਅਸੀਂ ਆਪ ਜੀ ਨੂੰ ਆਪਣਾ ਰਹਿਬਰ ਮੰਨਦੇ ਹਾਂ, ਆਪ ਜੀ ਨੂੰ ਆਪਣਾ ਪੈਗੰਬਰ ਮੰਨਦੇ ਹਾਂ, ਅਸੀਂ ਤੁਹਾਡੇ ਹੁਕਮ 'ਤੇ ਚੱਲਦੇ ਹਾਂ। ਪਰ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਹੈ, ਉਹ ਕਹਿੰਦੇ 437ਵਾਂ ਕਵਿਤ ਹੈ, ਉਹ ਕਹਿੰਦੇ ਜੇਕਰ ਆਪਾਂ ਕੇਵਲ ਖਾਂਡ ਕਹੈ ਜੀਭਾ ਨਾ ਸਵਾਦ ਮਿੱਠੋ ਆਵੇ। ਖੰਡ ਕਹੀ ਜਾਈਏ ਪਰ ਖੰਡ ਨੂੰ ਖਾਈਏ ਨਾ ਸਾਧ ਸੰਗਤ ਜੀ, ਤੇ ਰਸਨਾ ਨੂੰ ਜਿਹੜਾ ਸਵਾਦ ਜਿਹੜਾ ਆਨੰਦ ਉਹ ਮਿੱਠਾ ਪ੍ਰਤੀਤ ਨਹੀਂ ਹੋਵੇਗਾ। ਖੰਡ ਆਪਾਂ ਕੋਲ ਧਰਤੀ ਪਰ ਆਪਾਂ ਨੇ ਖਾਧੀ ਨਹੀਂ, ਜਾਂ ਕਿਸੇ ਵਸਤੂ 'ਚ ਪਾ ਕੇ ਖਾਧੀ ਨਹੀਂ, ਤੇ ਬਿਨਾਂ ਖਾਣ ਤੋਂ ਮਿੱਠਾ ਨਹੀਂ ਪ੍ਰਤੀਤ ਹੁੰਦਾ। ਖਾਂਡ ਕਹੈ ਜੀਭਾ ਨਾ ਸਵਾਦ ਮਿੱਠੋ ਆਵੇ, ਅਗਨ ਕਹਿ ਸੀਤ ਨਾ ਵਿਨਾਸ਼ ਹੈ। ਹੁਣ ਸਾਧ ਸੰਗਤ ਜੀ ਸਰਦੀ ਹੈ, ਅੱਗ ਕਹੀ ਜਾਈਏ ਤੇ ਅੱਗ ਬਾਲੀਏ ਨਾ, ਤੇ ਇੱਦਾਂ ਤੇ ਸੀਤ ਭਾਵ ਠੰਡ ਨੇ ਦੂਰ ਨਹੀਂ ਹੋਣਾ ਬਿਨਾਂ ਅਗਨ ਵਾਲੇ ਤੋਂ। ਅੱਗ ਬਾਲਣੀ ਪਏਗੀ। ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ। ਹੁਣ ਵੈਦ ਸਾਧ ਸੰਗਤ ਜੀ ਕੋਈ ਕਿੰਨਾ ਵੀ ਸਿਆਣਾ ਕਿਉਂ ਨਾ ਹੋਵੇ, ਆਪਾਂ ਵੈਦ ਕਹੀ ਜਾਈਏ ਵੀ ਫਲਾਣਾ ਵੈਦ ਬਹੁਤ ਵਧੀਆ, ਫਲਾਣਾ ਡਾਕਟਰ ਬੜਾ ਵਧੀਆ, ਪਰ ਡਾਕਟਰ ਨੇ ਜਿਹੜਾ ਤਰੀਕਾ ਦੱਸਿਆ, ਜਿਹੜੀ ਔਸ਼ਧੀ ਦਿੱਤੀ, ਉਹ ਆਪਾਂ ਨਾ ਲਈਏ ਤੇ ਫਿਰ ਤਾਂ ਮਹਾਰਾਜ ਕਹਿੰਦੇ, ਭਾਈ ਸਾਹਿਬ ਕਹਿੰਦੇ ਕੋਈ ਫਾਇਦਾ ਹੀ ਨਹੀਂ। ਕਿਉਂਕਿ ਵੈਦ ਨੇ ਤੇ ਤੈਨੂੰ ਕੇਵਲ ਦਵਾਈ ਦੇਣੀ ਆ, ਤੈਨੂੰ ਵਿਧੀ ਦੱਸਣੀ ਆ ਤੇਰੇ ਸਰੀਰ ਨੂੰ ਅਰੋਗ ਕਰਨ ਲਈ, ਵੀ ਇਹ ਤਰੀਕਾ ਅਪਣਾ ਲੈ, ਇਹ ਢੰਗ ਅਪਣਾ ਲੈ, ਇਹਦੇ ਨਾਲ ਤੇਰਾ ਰੋਗ ਦੂਰ ਹੋ ਜਾਏਗਾ। ਹੁਣ ਵੈਦ ਕੋਲ ਜੇਕਰ ਆਪਾਂ ਇਕੱਲੇ ਜਾ ਕੇ ਉਹਦੇ ਦਰਸ਼ਨ ਕਰਕੇ ਆ ਜਾਈਏ, ਕਾਗਜ਼ ਬਣਾ ਕੇ ਲੈ ਆਈਏ, ਦਵਾਈਆਂ ਲਿਆਈਏ ਤੇ ਖਾਈਏ ਨਾ, ਇੱਦਾਂ ਤੇ ਆਰਾਮ ਨਹੀਂ ਆਉਣਾ। ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਕਹਿ ਕੋ ਦਰਬੈ ਨਾ ਵਿਨਾਸ਼ ਹੈ। ਕੋਈ ਕਹੇ ਮੈਂ ਬੜਾ ਧਨਵੰਤ ਹਾਂ ਤੇ ਹੋਵੇ ਪੱਲੇ ਕੱਖ ਵੀ ਨਾ, ਕਹਿਣ ਨਾਲ ਤੇ ਧਨਵੰਤ ਨਹੀਂ ਬੰਦੇ ਨੇ ਬਣ ਜਾਣਾ। ਚੰਦਨ ਕਹਿ ਪ੍ਰਗਟੈ ਨਾ ਸੁਬਾਸ। ਹੁਣ ਚੰਦਨ ਦਾ ਦਰਖਤ ਹੈ ਨਹੀਂ ਤੇ ਕਹੀ ਜਾਵੇ ਵੀ ਚੰਦਨ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ, ਚੰਦਨ ਦੇ ਦਰਖਤ ਦੇ ਕੋਲ ਗਿਆ ਹੀ ਨਹੀਂ, ਕਹਿਣ ਨਾਲ ਤੇ ਨਹੀਂ ਖੁਸ਼ਬੂ ਆਣੀ। ਚੰਦਨ ਕਹਿ ਪ੍ਰਗਟੈ ਨਾ ਸੁਬਾਸ, ਵੀ ਕਹੀ ਜਾਈਏ ਵੀ ਚੰਦਨ ਦੀ ਸੁਗੰਧੀ ਬਹੁਤ ਵਧੀਆ, ਚੰਦਨ ਬੜਾ ਸੁੰਦਰ ਆ, ਚੰਦਨ ਬਨਸਪਤੀ ਨੂੰ ਸੁਗੰਧਿਤ ਕਰ ਦਿੰਦਾ, ਪਰ ਚੰਦਨ ਦੇ ਕੋਲ ਜਾਈਏ ਨਾ। ਚੰਦਰ ਕਹਿ ਉਜਿਆਰੂ ਨਾ ਪ੍ਰਗਾਸ ਹੈ। ਚੰਦਰ ਕਹਿੰਦੇ ਚੰਦ ਨੂੰ ਚੰਦਰਮਾ। ਹੁਣ ਚੰਦਰਮਾ ਹਨੇਰੀ ਰਾਤ ਦੇ ਵਿੱਚ ਜਦੋਂ ਚੰਦ ਚੜ੍ਹਦਾ ਤੇ ਹਨੇਰਾ ਦੂਰ ਹੋ ਜਾਂਦਾ, ਪਰ ਜੇ ਚੰਦ ਚੜ੍ਹਿਆ ਹੀ ਨਹੀਂ ਤੇ ਆਪਾਂ ਉੱਦਾਂ ਹੀ ਮਨ ਨੂੰ ਧਰਵਾਸਾ ਦੇਣ ਲਈ ਕਹੀ ਜਾਈਏ ਵੀ ਚੰਦ ਤਾਂ ਚੜ੍ਹਿਆ ਵੀ ਹਨੇਰਾ ਦੂਰ ਹੋ ਗਿਆ, ਇੱਦਾਂ ਤੇ ਨਹੀਂ ਗੱਲ ਬਣਨੀ। ਭਾਈ ਸਾਹਿਬ ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਇੱਦਾਂ ਹੀ ਭਾਈ ਕਹਿਣ ਨਾਲ ਜਾਂ ਸੁਣਨ ਨਾਲ ਤੇ ਕੁਝ ਨਹੀਂ ਬਣਨਾ, ਇੰਨਾ ਚਿਰ ਆਪਾਂ ਉਸ ਨੂੰ ਕਮਾਵਾਂਗੇ ਨਹੀਂ। ਕਰਨੀ ਪ੍ਰਧਾਨ ਭਾਨ, ਕਰਨੀ ਪ੍ਰਧਾਨ ਹੈ, ਉਦਤ ਆਕਾਸ਼ ਹੈ। ਸਾਧ ਸੰਗਤ ਜੀ ਜਿੰਨਾ ਚਿਰ ਆਪਾਂ ਪ੍ਰੈਕਟੀਕਲ ਨਹੀਂ ਕਰਾਂਗੇ, ਗੁਰੂ ਦੇ ਸ਼ਬਦ ਨੂੰ ਨਹੀਂ ਕਮਾਵਾਂਗੇ,
ਤੇ ਮਹਾਰਾਜ ਕਹਿੰਦੇ ਫਿਰ ਇੰਨਾ ਚਿਰ ਬਹੁਤਾ ਲਾਭ ਨਹੀਂ ਭਾਈ। ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਇਹੀ ਸਮਝਾ ਰਹੇ ਆ ਮਹਾਰਾਜ। ਰਹਾਉ ਦੀਆਂ ਇਹ ਪੰਕਤੀਆਂ ਨੇ। ਮਹਾਰਾਜ ਸੂਹੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖੋ ਕਿੰਨਾ ਸੁੰਦਰ ਬਚਨ ਕਰਦੇ ਆ। ਕੋਈ ਕਿਸੇ ਦਾ ਲਿਹਾਜ਼ ਨਹੀਂ ਸਾਧ ਸੰਗਤ ਜੀ। ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸ ਹੈ ਤਿਨ ਜਮ ਜਾਗਾਤੀ ਲੁੱਟੈ। ਜਿਹੜੇ ਲੋਕ ਸਾਧ ਸੰਗਤ ਜੀ ਕਰਮ ਧਰਮ ਦੇ ਪਖੰਡ ਰੂਪੀ ਹੀ ਕਰੀ ਜਾ ਰਹੇ ਆ, ਭਾਵ ਮੰਨ ਲਓ ਤੀਰਥਾਂ ਤੇ ਇਸ਼ਨਾਨ ਕਰਨ ਜਾ ਰਹੇ ਆ, ਤੀਰਥਾਂ ਤੇ ਜਾ ਕਰਕੇ ਕਰਮ ਕਰ ਰਹੇ ਆ, ਪੁੰਨ ਦਾਨ ਕਰ ਰਹੇ ਆ, ਵਰਤ ਆਦਿ ਕਰ ਰਹੇ ਆ, ਤੇ ਤੀਰਥਾਂ ਤੇ ਜਾ ਕੇ ਵੀ ਮਨ ਦੇ ਵਿੱਚ ਖੋਟ ਵਿਸ਼ੇ ਵਿਕਾਰ ਚੱਲ ਰਹੇ ਆ, ਮਨ ਦੇ ਵਿੱਚ ਭੈੜੇ ਕਰਮ, ਮਨ ਦੇ ਵਿੱਚ ਭੈੜੇ ਜਿਹੜੇ ਚੋਰ ਆ ਉਹ ਹਰ ਸਮੇਂ ਪੁੱਠੇ ਪਾਸੇ ਨੂੰ ਪ੍ਰੇਰ ਰਿਹਾ ਤੇ ਜਾ ਤੀਰਥਾਂ ਤੇ ਰਿਹਾ। ਤੇ ਮਹਾਰਾਜ ਕਹਿੰਦੇ ਤੀਰਥਾਂ ਤੇ ਜਾ ਕੇ ਨਹਾਉਣ ਨਾਲ ਤੇਰੀ ਸਰੀਰ ਦੀ ਮੈਲ ਤਾਂ ਦੂਰ ਹੋ ਗਈ, ਸਰੀਰ ਦੀ ਮੈਲ ਤਾਂ ਤੇਰੀ ਦੂਰ ਹੋ ਜਾਏਗੀ, ਕਿਉਂਕਿ ਤੀਰਥਾਂ ਤੇ ਨਹਾਉਣ ਨਾਲ ਪਾਣੀ ਤੇਰੇ ਸਰੀਰ ਦੀ ਮੈਲ ਨੂੰ ਤਾਂ ਦੂਰ ਕਰ ਸਕਦਾ, ਪਰ ਜਿਹੜੀ ਅੰਦਰ ਤੇਰੇ ਹਿਰਦੇ ਦੇ ਵਿੱਚ, ਤੇਰੇ ਘਟ ਦੇ ਵਿੱਚ ਜਿਹੜੀ ਇਹ ਵਿਸ਼ੇ ਵਿਕਾਰਾਂ ਰੂਪੀ ਕਾਮ ਕ੍ਰੋਧ ਲੋਭ ਮੁਕੀ ਜਿਹੜੀ ਆ ਚੋਰ ਬੈਠੇ ਆ, ਇਹਨਾਂ ਦਾ ਨਹਾਉਣਾ ਕਿਵੇਂ ਹੋਵੇਗਾ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਤੀਰਥਾਂ ਤੇ ਨਹਾਉਣ ਚਲੇ ਗਏ ਤੇ ਮਨ ਦੇ ਵਿੱਚ ਖੋਟ ਹੈ, ਮਨ ਦੇ ਵਿੱਚ ਵਿਸ਼ੇ ਵਿਕਾਰ ਨੇ। ਨਹਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ। ਇੱਕ ਪਾਉ ਲੱਥੀ ਨਹਾਤਿਆਂ ਦੋਏ ਪਾਚੜੀ ਅਸਹੂਰ। ਕਹਿੰਦੇ ਇੱਕ ਤੇਰਾ ਸਰੀਰ ਦਾ ਜਿਹੜਾ ਨਹਾਉਣ ਨਾਲ ਮੈਲ ਤਾਂ ਦੂਰ ਹੋ ਗਈ, ਇੱਕ ਪਾਉ ਲੱਥੀ ਨਹਾਤੇ ਆ, ਦੋਏ ਪਾਚੜੀ ਇਸ ਦਾ ਮਤਲਬ ਹੈ ਕਿ ਅੰਦਰ ਹੋਰ ਹੰਕਾਰ ਹੋ ਗਿਆ ਵੀ ਮੈਂ ਤਾਂ ਤੀਰਥਾਂ ਤੇ ਵੀ ਨਾ ਆਇਆ, ਮੈਂ ਤਾਂ ਤੀਰਥਾਂ ਤੇ ਵੀ ਜਾ ਆਇਆ, ਦੂਜਾ ਫੇਰ ਮੈਂ ਹੋ ਗਈ। ਤੇ ਮਹਾਰਾਜ ਕਹਿੰਦੇ ਤੀਰਥਾਂ ਤੇ ਅਸਲ ਦੇ ਵਿੱਚ ਜਾਣ ਦੇ ਨਾਲ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਬਚਨ ਕਰ ਰਹੇ ਨੇ ਕਿ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਨਾਨਕ ਨੇਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਨੂੰ ਨਵਾਉਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹ ਮੁੜ ਕੇ ਫੇਰ ਮਿੱਟੀ ਵਿੱਚ ਲਿਟਦਾ ਆ, ਤੇ ਸਾਧ ਸੰਗਤ ਜੀ ਇਸ ਕਰਕੇ ਆਪਣੇ ਸਰੀਰ ਤੇ ਗੰਦ ਸੁੱਟਦਾ ਆ। ਇੱਦਾਂ ਜੇਕਰ ਤੀਰਥਾਂ ਤੇ ਜਾ ਕੇ ਨਹਾਇਆ ਤੇ ਅੰਦਰ ਜਿਹੜੇ ਤੇਰੇ ਚੋਰ ਬੈਠੇ ਆ ਉਹਨਾਂ ਨੂੰ ਤੂੰ ਹੋੜਿਆ ਹੀ ਨਹੀਂ, ਉਹਨਾਂ ਨੂੰ ਰੋਕਿਆ ਹੀ ਨਹੀਂ, ਮਹਾਰਾਜ ਕਹਿੰਦੇ ਫੇਰ ਤਾਂ ਸਾਰੇ ਕਰਮ ਧਰਮ ਪਖੰਡੀ ਬਣ ਗਏ ਤੇਰੇ, ਫਿਰ ਤਾਂ ਪਖੰਡੀ ਰਹਿ ਗਏ ਆ। ਮਨੁੱਖ ਧਰਮ ਦੇ ਕੰਮ ਕਰ ਰਿਹਾ, ਕੰਮ ਧਰਮ ਦੇ ਕਰ ਰਿਹਾ ਸਾਧ ਸੰਗਤ ਜੀ, ਪਰ ਅੰਦਰ ਚੋਰ ਬੈਠੇ ਆ ਤੇ ਫਿਰ ਉਹ ਪਖੰਡ ਹੋ ਜਾਂਦਾ ਹੈ। ਕਰਮ ਧਰਮ ਪਖੰਡ ਜੋ ਦਿਸੈ ਹੈ ਤਿਨ ਜਮ ਜਾਗਾਤੀ ਲੁੱਟੈ। ਮਹਾਰਾਜ ਕਹਿੰਦੇ ਉਹਨੂੰ ਜਮਾਂ ਨੇ ਲੁੱਟ ਲੈਣਾ। ਜਗਾਤ ਕਹਿੰਦੇ ਆ ਜਿਵੇਂ ਆਪਾਂ ਮਸੂਲ ਦੇ ਕੇ ਲੰਘਦੇ ਆ, ਜਿਵੇਂ ਟੋਲ ਤੋਂ ਲੰਘਣਾ ਤੇ ਆਪਾਂ ਟੈਕਸ ਦੇ ਕੇ ਲੰਘਦੇ ਆ, ਇਸ ਨੂੰ ਜਗਾਤ ਕਿਹਾ ਜਾਂਦਾ ਹੈ, ਜਾਗਾਤ। ਤੇ ਮਹਾਰਾਜ ਕਹਿੰਦੇ ਜਿਹੜੇ ਲੋਕ ਕੇਵਲ ਧਰਮ ਦਾ ਦਿਖਾਵਾ ਹੀ ਕਰਦੇ ਆ, ਜਿਹੜੇ ਲੋਕ ਤੀਰਥਾਂ ਤੇ ਜਾ ਕੇ ਵੀ ਫੋਕਟ ਕਰਮ ਕਰਦੇ ਆ, ਜਿਹੜੇ ਲੋਕ ਤੀਰਥਾਂ ਤੇ ਜਾ ਕੇ ਵੀ ਆਪਣੇ ਮਨ ਦੇ ਚੋਰਾਂ ਤੇ ਕਾਬੂ ਨਹੀਂ ਪਾਉਂਦੇ, ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਜਮਾਂ ਦਾ ਜਗਾਤ ਲੱਗਦਾ, ਉਹਨਾਂ ਨੂੰ ਜਮ ਲੁੱਟਦੇ ਆ, ਉਹ ਜਮਾਂ ਤੋਂ ਨਹੀਂ ਬਚ ਸਕਦੇ। ਸਿੱਧੇ ਸ਼ਬਦਾਂ ਵਿੱਚ ਇਹ ਕਹੀਏ। ਫਿਰ ਮਹਾਰਾਜ ਬਚਨ ਕਰਦੇ ਅਗਲਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਕਹਿੰਦੇ ਜੇ ਸੱਚੇ ਮਨ ਦੇ ਨਾਲ ਨਿਰਵਾਣ ਕੀਰਤਨ ਸਾਧ ਸੰਗਤ ਜੀ ਕਹਿੰਦੇ ਬਿਲਕੁਲ ਨਿਰਸਵਾਰਥ ਹੋ ਕੇ ਜੋ ਕੋਈ ਮਹਾਰਾਜ ਦਾ ਕੀਰਤਨ ਕਰਦਾ ਸੁਣਦਾ, ਬਾਣੀ ਪੜ੍ਹਦਾ ਸੁਣਦਾ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਜੇ ਬੰਦਾ ਨਿਰਸਵਾਰਥ ਹੋ ਕੇ ਕਰੇ, ਨਿਮਕ ਸਿਮਰਤ ਜਿਤ ਛੁਟੈ। ਕਹਿੰਦੇ ਨਿਮਕ ਕਹਿੰਦੇ ਜਿਵੇਂ ਆਪਾਂ ਅੱਖ ਨੂੰ ਝਪਕਦੇ ਆ ਨਾ ਪਲਕ ਨੂੰ, ਕਹਿੰਦੇ ਅਗਰ ਇੰਨਾ ਕੁ ਸਮਾਂ ਵੀ ਪ੍ਰਮਾਤਮਾ ਦੇ ਚਰਨਾਂ ਵਿੱਚ ਸ਼ੁੱਧ ਮਨ ਦੇ ਨਾਲ ਲੱਗ ਜਾਏ ਤਾਂ ਵੀ ਬੰਦੇ ਦਾ ਛੁਟਕਾਰਾ ਹੋ ਜਾਂਦਾ ਆ। ਨਿਮਕ ਸਿਮਰਤ ਜਿਤ ਛੁਟੈ। ਇੱਕ ਅੱਖ ਝਮਕਣ ਜਿੰਨੇ ਸਮਾਂ ਵੀ ਜੇਕਰ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਨਿਰਸਵਾਰਥ ਹੋ ਕੇ ਨਿਰਛਲ ਬੁੱਧੀ ਨਾਲ ਲੱਗ ਜਾਏ ਤੇ ਮਹਾਰਾਜ ਇੰਨੇ 'ਚ ਹੀ ਪਾਰ ਉਤਾਰਾ ਕਰ ਦਿੰਦੇ ਆ। ਦੇਖੋ ਆਪਾਂ ਸਾਖੀਆਂ ਬੇਅੰਤ ਪੜ੍ਹਦੇ ਹਾਂ, ਧਰੂ ਦੀ ਸਾਖੀ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਸਭ ਤੋਂ ਛੋਟਾ ਹੈ ਧਰੂ ਸਾਧ ਸੰਗਤ ਜੀ ਉਮਰ ਵਿੱਚ, ਤੇ ਮਹਾਰਾਜ ਕਹਿੰਦੇ ਇੱਦਾਂ ਨਾਮ ਜਪੋ, ਨਿਰਭਉ ਹੋ ਕੇ ਨਾਮ ਜਪੋ।
ਇਹੀ ਬਚਨ ਇੱਥੇ ਸਤਿਗੁਰੂ ਜੀ ਕਰ ਰਹੇ ਆ ਕਿ ਨਿਮਖ ਸਿਮਰਤ ਜਿਤ ਛੁਟੈ। ਉਸ ਪ੍ਰਮਾਤਮਾ ਦੀ ਸਿਫਤ ਅਗਰ ਇੱਕ ਪਲ ਵੀ ਆਪਾਂ ਨੇ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਸਵਾਰਥ ਤੋਂ ਕਰ ਲਈ ਤੇ ਸਾਡਾ ਛੁਟਕਾਰਾ ਹੋ ਜਾਂਦਾ ਹੈ। ਸੰਤੋ ਸਾਗਰ ਪਾਰ ਉਤਰੀਐ। ਸੰਤੋ ਤੋਂ ਭਾਵ ਹੈ ਕਿ ਰੱਬ ਦਾ ਨਾਮ ਜਪਣ ਵਾਲੇ ਗੁਰਮੁਖ ਪਿਆਰੇ, ਕਮਾਉਣ ਵਾਲੇ। ਸੰਤੋ ਸਾਗਰ ਪਾਰ ਉਤਰੀਐ, ਜਿਹੜੇ ਰੱਬ ਦਾ ਇਸ ਢੰਗ ਨਾਲ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਆ, ਉਹ ਸੰਸਾਰ ਰੂਪੀ ਸਾਗਰ ਤੋਂ ਪਾਰ ਹੋ ਜਾਂਦੇ ਆ। ਪਾਰ ਜਿੱਦਾਂ ਕਿ ਸਮੁੰਦਰ ਹੁੰਦਾ ਪਾਣੀ ਵਾਲਾ, ਇੱਦਾਂ ਹੀ ਸਾਧ ਸੰਗਤ ਜੀ ਇਹ ਦੁਨੀਆ ਰੂਪੀ ਸਮੁੰਦਰ ਹੈ। ਆਪਣੀ ਜਿਹੜੀ ਕਿਸ਼ਤੀ ਹੈ ਇਹ ਦੁਨੀਆ ਰੂਪੀ ਸਮੁੰਦਰ ਦੇ ਵਿੱਚ ਹੈ। ਬੰਦੇ ਦੀ ਜਿਹੜੀ ਜ਼ਿੰਦਗੀ ਦੀ ਕਿਸ਼ਤੀ ਹੈ ਉਹ ਇਸ ਦੁਨੀਆ ਦੇ ਸਮੁੰਦਰ ਵਿੱਚ ਹੈ। ਹੁਣ ਕਈ ਕਿਰਪਾ ਨਾਲ ਪਾਰ ਲੰਘ ਜਾਂਦੇ ਆ ਤੇ ਸਾਧ ਸੰਗਤ ਜੀ ਕਈ ਡੁੱਬ ਜਾਂਦੇ ਆ। ਕਿਸ਼ਤੀਆਂ ਡੁੱਬਦੀਆਂ ਵੀ ਬੜੀਆਂ ਤੇ ਪਾਰ ਵੀ ਬੜੀਆਂ ਹੁੰਦੀਆਂ। ਬਾਬਾ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜਹੋ ਤੋ ਨਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਕਹਿੰਦੇ ਕਦੇ ਕਿਸੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਗਰਭ ਨਹੀਂ ਕਰਨਾ ਚਾਹੀਦਾ, ਕੁੱਲ ਦਾ ਗਰਭ, ਰਾਜ ਭਾਗ ਦਾ ਗਰਭ, ਧਨ ਦਾ ਗਰਭ ਨਹੀਂ ਕਰਨਾ ਚਾਹੀਦਾ। ਤੇ ਕਿਸੇ ਨੂੰ ਇਹ ਨਹੀਂ ਦੇਖਣਾ ਚਾਹੀਦਾ ਕੋਈ ਰਾਜਾ ਮਹਾਰਾਜਾ ਹੋ ਕੇ ਸੋਚੇ ਵੀ ਮੇਰੇ ਵਰਗਾ ਕੋਈ ਨਹੀਂ, ਰੰਕ ਨਾ ਹਸੀਐ ਕੋਏ। ਕਹਿੰਦੇ ਅਜੋ ਤੋਂ ਨਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ, ਪਤਾ ਨਹੀਂ ਕਿਸ਼ਤੀ ਅਜੇ ਸਮੁੰਦਰ ਵਿੱਚ ਹੈ, ਕਿੱਥੇ ਕਿਹੜੀ ਘਟਨਾ ਵਾਪਰ ਜਾਏ। ਇਸ ਕਰਕੇ ਦਾਤੇ ਦਾ ਸ਼ੁਕਰਾਨਾ ਕਰੀਏ। ਸੋ ਮਹਾਰਾਜ ਇਹੀ ਬਚਨ ਕਰ ਰਹੇ, ਸੰਤ ਹੋ ਸਾਗਰ ਪਾਰ ਉਤਰੀਐ। ਸਤਿਗੁਰਾਂ ਦੀ ਸੰਗਤ ਦੇ ਵਿੱਚ ਮਨੁੱਖ ਪਾਰ ਉਤਰ ਜਾਂਦਾ। ਗੁਰੂ ਦੀ ਸਿਫਤ ਸਲਾਹ ਕਰਦੇ ਹਾਂ। ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਜੇਕਰ ਸਤਿਗੁਰ ਦੀ ਸੰਗਤ ਦੇ ਵਿੱਚ ਬੰਦਾ ਪਾਰ ਤਰ ਜਾਂਦਾ, ਫਿਰ ਮਹਾਰਾਜ ਕਹਿੰਦੇ ਜੇ ਕੋ ਬਚਨ ਕਮਾਵੈ ਸੰਤਨ ਕਾ, ਕਹਿੰਦੇ ਜੇ ਕੋਈ ਹੋਰ ਬਚਨ ਨੂੰ ਕਮਾ ਲਵੇ ਸੋ ਗੁਰ ਪ੍ਰਸਾਦੀ ਤਰੀਐ। ਫਿਰ ਗੁਰੂ ਦੀ ਕਿਰਪਾ ਨਾਲ ਉਹਦਾ ਤੇ ਪਾਰ ਉਤਾਰਾ ਹੀ ਹੋ ਜਾਂਦਾ। ਜਿੱਥੇ ਸੰਗਤ ਜ਼ਰੂਰੀ ਹੈ ਉੱਥੇ ਆ ਕੇ ਬਚਨ ਕਮਾ ਲਵੇ ਬੰਦਾ ਸਤਿਗੁਰ ਦਾ। ਕਿਸੇ ਅਦੀਬ ਦਾ ਬੜਾ ਸੁੰਦਰ ਬਚਨ ਹੈ, ਮਹਾਂਪੁਰਖ ਬਚਨ ਕਰਿਆ ਕਰਦੇ ਸਨ। ਕਹਿੰਦੇ ਇੱਕ ਤੋਂ ਦੂਣੇ ਹੋਣ ਤਿਨਾਂ ਦੇ ਜਿਹੜੇ ਸਾਧ ਸੰਗਤ ਚੱਲ ਜਾਂਦੇ, ਵੀ ਦੂਣੇ ਭਾਗ ਬਣ ਜਾਂਦੇ ਆ ਜਿਹੜੇ ਸੰਗਤ ਵਿੱਚ ਆਉਂਦੇ ਆ। ਇੱਕ ਤੋਂ ਦੂਣੇ ਹੋਣ ਤਿਨਾਂ ਦੇ ਜਿਹੜੇ ਸਾਧ ਸੰਗਤ ਚੱਲ ਜਾਂਦੇ, ਦੋ ਤੋਂ ਚੌਣੇ ਹੋਣ ਤਿਨਾਂ ਦੇ ਜੇ ਸੇਵਾ ਆ ਕਮਾਉਂਦੇ, ਫਿਰ ਚੌਂ ਤੋਂ ਠਾਉਣੇ ਹੋਣ ਤਿਨਾਂ ਦੇ ਜਿਹੜੇ ਗੁਰ ਕਾ ਬਚਨ ਕਮਾਉਂਦੇ, ਸਾਵੇਂ ਸਿੱਟੇ ਹੋਣ ਤਿਨਾਂ ਦੇ ਜਿਹੜੇ ਆਂਦੇ ਤੇ ਉਂਗਲਾਉਂਦੇ, ਰੱਬ ਦੀ ਮਾਰ ਪਈ ਤਿਨਾਂ ਨੂੰ ਜਿਹੜੇ ਜੋੜੇ ਚੁੱਕ ਲਿਜਾਂਦੇ, ਪਰ ਸਾਈਂ ਲੋਕਾਂ ਮੂਲੀ ਗਲ ਗਈ ਤਿਨਾਂ ਦੀ ਜਿਹੜੇ ਮੁੱਢੋਂ ਪੈਰ ਨਹੀਂ ਜੇ ਪਾਉਂਦੇ। ਮਹਾਰਾਜ ਕਹਿੰਦੇ ਦੇਖੋ ਕਿਸੇ ਅਦੀਬ ਨੇ ਕਿੰਨੇ ਸੁੰਦਰ ਬਚਨ ਕਹੇ ਆ। ਕਹਿੰਦੇ ਇੱਕ ਤੋਂ ਦੂਣੇ ਭਾਗ ਬਣ ਜਾਂਦੇ ਆ ਜੇ ਕੋਈ ਬੰਦਾ ਗੁਰੂ ਦੇ ਦੁਆਰੇ ਤੇ ਆ ਜਾਂਦਾ ਹੈ। ਫਿਰ ਦੋ ਤੋਂ ਚੌਣੇ 4 ਗੁਣਾ ਭਾਗ ਬਣ ਜਾਂਦੇ ਆ ਜੇ ਬੰਦਾ ਆ ਕੇ ਸੇਵਾ ਕਰ ਲਵੇ। ਫਿਰ 4 ਤੋਂ 8 ਗੁਣਾ ਭਾਗ ਬਣ ਜਾਂਦੇ ਆ ਜੇ ਕੋਈ ਬੰਦਾ ਸਤਿਗੁਰ ਦੇ ਬਚਨ ਨੂੰ ਮੰਨ ਲਵੇ, ਸਤਿਗੁਰ ਦੇ ਹੁਕਮ ਨੂੰ ਮੰਨ ਲਵੇ। ਫਿਰ ਅਦੀਬ ਕਹਿੰਦੇ ਉਹਦੇ ਸਾਵੇਂ ਸਿੱਟੇ ਵੀ ਆ ਵੀ ਗਿਆ ਗੁਰੂ ਘਰ, ਬੈਠ ਵੀ ਸੰਗਤ ਵਿੱਚ ਗਿਆ, ਪਰ ਮਨ ਜਿਹੜਾ ਧਿਆਨ ਜਿਹੜਾ ਉਹ ਲੱਗਦਾ ਨਹੀਂ ਗੁਰੂ ਦੇ ਚਰਨਾਂ ਨਾਲ। ਬਾਣੀ ਨਾਲ ਪ੍ਰੇਮ ਨਹੀਂ ਬਣਦਾ, ਸੁਣੀ ਵੀ ਜਾ ਰਿਹਾ, ਉਂਘੀ ਵੀ ਜਾ ਰਿਹਾ, ਕਿਉਂਕਿ ਅੰਦਰ ਆਨੰਦ ਨਹੀਂ ਬਣਿਆ, ਚੰਗਾ ਹੀ ਨਹੀਂ ਲੱਗਦਾ। ਸਾਧ ਸੰਗਤ ਜੀ ਬਿਨਾਂ ਕਰਮਾਂ ਤੋਂ ਗੁਰੂ ਦੀ ਬਾਣੀ ਚੰਗੀ ਨਹੀਂ ਲੱਗਦੀ। ਮੈਂ ਸਿੱਧੇ ਲਫ਼ਜ਼ਾਂ ਵਿੱਚ ਇਹ ਕਹਾਂ ਵੀ ਜੇ ਪਾਣੀ ਦੀ ਪਿਆਸ ਨਹੀਂ ਤੇ ਬੰਦੇ ਨੂੰ ਪਾਣੀ ਚੰਗਾ ਨਹੀਂ ਲੱਗਦਾ। ਪ੍ਰਸ਼ਾਦੇ ਦੀ ਭੁੱਖ ਨਹੀਂ ਤੇ ਬੰਦੇ ਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ। ਜੇ ਭੁੱਖ ਲੱਗੀ ਹੋਵੇ ਨਾ, ਫਿਰ ਮਿੱਸਾ ਪ੍ਰਸ਼ਾਦਾ ਭਾਵ ਪੁਰਾਣਾ ਬਣਿਆ ਹੋਇਆ ਪ੍ਰਸ਼ਾਦਾ ਉਹ ਵੀ ਅੰਮ੍ਰਿਤ ਵਾਂਗੂ ਲੱਗਦਾ ਜੇਕਰ ਭੁੱਖ ਲੱਗੀ ਹੋਵੇ। ਇੱਦਾਂ ਆਪਣੇ ਅੰਦਰ ਜੇਕਰ ਨਾਮ ਦੀ ਭੁੱਖ ਨਹੀਂ ਤੇ ਸਾਧ ਸੰਗਤ ਜੀ ਨਾਮ ਜਪਣ ਵਾਲਾ ਕੋਈ ਵੀ ਹੋਵੇ, ਜਪਾਉਣ ਵਾਲਾ ਕੋਈ ਵੀ ਹੋਵੇ, ਪਰ ਉਹਦੇ ਨਾਲ ਸਾਡੀ ਪ੍ਰੀਤ ਨਹੀਂ ਬਣਦੀ, ਪ੍ਰੇਮ ਨਹੀਂ ਬਣਦਾ, ਕਿਉਂਕਿ ਅੰਦਰ ਪਿਆਸ ਨਹੀਂ, ਅੰਦਰ ਭੁੱਖ ਨਹੀਂ। ਬੈਠ ਵੀ ਜਾਵਾਂਗੇ ਆਪਾਂ ਸੰਗਤ ਵਿੱਚ, ਪਰ ਮਨ ਹਰ ਵੇਲੇ ਕਿਸੇ ਨਾ ਕਿਸੇ ਪਾਸੇ ਨੂੰ ਦੌੜਿਆ ਰਹਿੰਦਾ ਹੈ। ਤੇ ਇਸ ਲਈ ਨਾ ਕੋਈ ਵਾਧਾ ਹੁੰਦਾ ਤੇ ਨਾ ਘਾਟਾ ਹੁੰਦਾ। ਜਿੰਨਾ ਵਾਧਾ ਆਉਣ ਨਾਲ ਹੋਇਆ, ਆਂਦੇ ਤੇ ਉਂਗਲਾਉਂਦੇ। ਉਹ ਫਿਰ ਕਈ ਸੱਜਣ ਇੱਦਾਂ ਆਉਂਦੇ ਆ ਵੀ ਉਹ ਭਾਵਨਾ ਇਹ ਲੈ ਕੇ ਆਉਂਦੇ ਆ ਵੀ ਉੱਥੇ ਜਾਵਾਂਗੇ, ਜੋੜਾ ਬਦਲ ਕੇ ਲਿਆਵਾਂਗੇ, ਇਹ ਕਰਾਂਗੇ। ਕਹਿੰਦੇ ਕੋਈ ਇੱਦਾਂ ਦੇ ਵੀ ਆਉਂਦੇ ਆ, ਪਰ ਕਹਿੰਦੇ ਰੱਬ ਦੀ ਮਾਰ ਪਈ ਤਿਨਾਂ ਨੂੰ ਜਿਹੜੇ ਮੁੱਢੋਂ ਪੈਰ ਨਹੀਂ ਪਾਉਂਦੇ, ਉਹਨਾਂ ਦੀ ਤਾਂ ਕੁੱਲ ਹੀ ਗਲ ਗਈ। ਸਾਈਂ ਲੋਕਾਂ ਮੂਲੀ ਗਲ ਗਈ ਤਿਨਾਂ ਦੀ
ਜਿਹੜੇ ਮੁੱਢੋਂ ਪੈਰ ਨਹੀਂ ਜੇ ਪਾਉਂਦੇ, ਜਿਨ੍ਹਾਂ ਨੇ ਆਉਣ ਦਾ ਯਤਨ ਹੀ ਨਹੀਂ ਕੀਤਾ, ਉਹਨਾਂ ਦੀ ਤਾਂ ਮੂਲ ਹੀ ਖਰਾਬ ਹੋ ਗਈ। ਤੇ ਸਤਿਗੁਰੂ ਜੀ ਇਹੀ ਬਚਨ ਕਰ ਰਹੇ ਨੇ, ਸੰਤੋ ਸਾਗਰ ਪਾਰ ਉਤਰੀਐ। ਜੇ ਕੋਈ ਸਤਿਗੁਰ ਪਾਤਸ਼ਾਹ ਦੀ ਸੰਗਤ ਕਰਦਾ ਤੇ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਏਗਾ। ਪਰ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਪਰ ਜੇ ਕੋਈ ਗੁਰੂ ਦੇ ਬਚਨ ਨੂੰ ਮੰਨ ਲਵੇਗਾ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਫਿਰ ਉਹ ਤਾਂ ਪ੍ਰਸਾਦ ਭਾਵ ਕਿਰਪਾ ਨਾਲ ਤਰ ਹੀ ਜਾਵੇਗਾ, ਆਪ ਵੀ ਤਰੇਗਾ ਤੇ ਕੁਲਾਂ ਦਾ ਵੀ ਉਧਾਰ ਕਰੇਗਾ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਹੁਣ ਅਗਲਾ ਬਚਨ ਕਰ ਰਹੇ ਨੇ, ਕੋਟ ਤੀਰਥ ਮਜਨ ਇਸਨਾਨਾ, ਇਸ ਕਲ ਮਹਿ ਮੈਲ ਭਰੀਜੈ। ਕੋਟ ਕਹਿੰਦੇ ਕਰੋੜਾਂ ਨੂੰ, ਕਹਿੰਦੇ ਕਰੋੜਾਂ ਤੀਰਥਾਂ ਤੇ ਮਜਨ ਮਜਨ ਇਸਨਾਨਾ ਭਾਵ ਵੀ ਰਗੜ ਰਗੜ ਕੇ ਆਪਣੇ ਪਿੰਡੇ ਨੂੰ ਧੋ ਰਿਹਾ ਬੰਦਾ। ਕਹਿੰਦੇ ਕਰੋੜਾਂ ਤੀਰਥਾਂ ਤੇ ਜਾ ਕੇ ਰਗੜ ਰਗੜ ਕੇ ਪਿੰਡੇ ਨੂੰ ਧੋਂਦਾ ਰਹਿ, ਇਸ ਕਲ ਮਹਿ ਮੈਲ ਭਰੀਜੈ। ਉਲਟਾ ਤੇਰੇ ਮਨ ਦੇ ਅੰਦਰ ਹਿਰਦੇ ਦੇ ਵਿੱਚ ਮੈਲ ਭਰ ਜਾਏਗੀ ਜੇਕਰ ਗੁਰੂ ਦਾ ਬਚਨ ਨਾ ਕਮਾਇਆ। ਹਉਮੈ ਰੂਪੀ ਮੈਲ ਹੋ ਗਈ ਵੀ ਮੇਰੇ ਤੋਂ ਵੱਡਾ ਤਾਂ ਕੋਈ ਹੈ ਨਹੀਂ, ਮੈਂ ਇੰਨੇ ਤੀਰਥਾਂ ਤੇ ਜਾਂਦਾ, ਮੈਂ ਤੀਰਥਾਂ ਤੇ ਇਸ਼ਨਾਨ ਕਰਦਾ, ਮੈਂ ਤੀਰਥਾਂ ਤੇ ਪੁੰਨਦਾਨ ਕਰਦਾ। ਉਲਟਾ ਬੰਦੇ ਦੇ ਅੰਦਰ ਹਉਮੈ ਪੈਦਾ ਹੋ ਗਈ ਵੀ ਮੇਰੇ ਵਰਗਾ ਤਾਂ ਹੋਰ ਕੋਈ ਹੈ ਹੀ ਨਹੀਂ ਜਿਹੜਾ ਤੀਰਥਾਂ ਤੇ ਜਾਣ ਵਾਲਾ। ਸਤਿਗੁਰ ਕਹਿੰਦੇ ਕੋਟ ਤੀਰਥ, ਕਰੋੜਾਂ ਤੀਰਥਾਂ ਤੇ ਮਜਨ ਇਸ਼ਨਾਨਾ ਜਾ ਕੇ ਇਸ਼ਨਾਨ ਕਰਦਾ, ਇਸ ਕਲ ਮਹਿ ਮੈਲ ਭਰੀਜੈ। ਕਰੋੜਾਂ ਤੀਰਥ ਵੀ ਤੈਨੂੰ ਤਾਰ ਨਹੀਂ ਸਕਦੇ ਜੇਕਰ ਹਿਰਦੇ ਵਿੱਚੋਂ ਮੈਲ ਨਾ ਗਈ। ਸਾਧ ਸੰਗਤ, ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ, ਆਖੋ ਸਤਨਾਮ। ਇਸ ਬੇਨਤੀ ਨੂੰ ਸਮਝਿਓ ਮਹਾਰਾਜ। ਸਤਿਗੁਰੂ ਜੀ ਕਹਿੰਦੇ ਜੇ ਕੋਈ ਗੁਰੂ ਦਾ ਬਚਨ ਕਮਾਉਂਦਾ ਨਾ, ਉਹਨੂੰ ਕਰੋੜਾਂ ਤੀਰਥਾਂ ਤੇ ਜਾਣ ਦੀ ਲੋੜ ਹੀ ਨਹੀਂ, ਉਹ ਸਤ ਸੰਗ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਧਿਆ ਲੇ ਤੇ ਇੰਨਾ ਫਲ ਮਿਲ ਜਾਂਦਾ ਹੈ, ਇੰਨਾ ਫਲ ਹੈ। ਸਾਧ ਸੰਗ ਜੋ ਹਰ ਗੁਣ ਗਾਵੇ, ਸਾਧ ਸੰਗਤ ਵਿੱਚ ਬੈਠ ਕੇ ਜੇ ਕੋਈ ਪ੍ਰਮਾਤਮਾ ਦੇ ਗੁਣ ਗਾਉਂਦਾ, ਸੋ ਨਿਰਮਲ ਕਰ ਲੀਜੈ। ਉਹ ਆਪਣੀ ਨਿਰਮਲ ਕਹਿੰਦੇ ਪਵਿੱਤਰ, ਆਪਣੀ ਦੇਹੀ ਨੂੰ, ਆਪਣੇ ਤਨ ਨੂੰ ਤੇ ਮਨ ਨੂੰ ਪਵਿੱਤਰ ਕਰ ਲੈਂਦਾ ਹੈ। ਹੁਣ ਮਹਾਰਾਜ ਅਗਲਾ ਬਚਨ ਕਹਿੰਦੇ, ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਹਾਂ, ਕਿਸੇ ਦਾ ਵਹਿਮ ਹੋਏਗਾ ਕਿ ਮੈਂ ਵੇਦ ਕਤੇਬ ਪੜ੍ਹ ਕੇ ਤਰ ਜਾਂਗਾ ਵੀ ਮੈਨੂੰ ਮੁਕਤੀ ਮਿਲ ਜੇਗੀ। ਵੇਦ ਸਾਧ ਸੰਗਤ ਜੀ ਹਿੰਦੂ ਧਰਮ ਦੇ ਗ੍ਰੰਥ, ਰਿਗਵੇਦ, ਯਜੁਰਵੇਦ, ਅਥਰਨਵੇਦ, ਸ਼ਾਮਵੇਦ ਤੇ ਕਤੇਬ ਕਹਿੰਦੇ ਆ ਸ਼ਾਮ ਵੇਦਾਂ ਨੂੰ, ਜਿੱਦਾਂ ਅੰਜੀਲ ਹੋ ਗਈ, ਕੁਰਾਨ ਸ਼ਰੀਫ ਆਦਿ ਹੋ ਗਏ, ਇਹ ਇਸਲਾਮ ਧਰਮ ਦੇ ਗ੍ਰੰਥ। ਤੇ ਮਹਾਰਾਜ ਕਹਿੰਦੇ ਜੇ ਕਿਸੇ ਦਾ ਇਹ ਭੁਲੇਖਾ ਵੀ ਮੈਂ ਵੇਦ ਪੜ੍ਹ ਕੇ ਜਾਂ ਮੈਂ ਕਤੇਬ ਪੜ੍ਹ ਕੇ, ਸਿਮਰਤ ਸਭ ਸਾਸਤ, ਸ਼ਾਸਤਰਾਂ ਨੂੰ ਪੜ੍ਹ ਕੇ ਵੀ ਮੈਂ ਮੁਕਤੀ ਪਾ ਲੂੰਗਾ, ਮਹਾਰਾਜ ਕਹਿੰਦੇ ਇਨ ਪੜ੍ਹਿਆ ਮੁਕਤ ਨਾ ਹੋਈ। ਜੇਕਰ ਹਿਰਦੇ ਵਿੱਚ ਮੈਲ ਆ ਤਾਂ ਇਹਨਾਂ ਨੂੰ ਪੜ੍ਹ ਕੇ ਵੀ ਮੁਕਤੀ ਨਹੀਂ ਹੋ ਸਕਦੀ। ਸਾਧ ਸੰਗਤ ਜੀ ਹੁਣ ਆਪਾਂ ਗੁਰੂ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ, ਮੰਨ ਲਓ ਮੈਂ ਹੁਕਮਨਾਮਾ ਸਾਹਿਬ ਪੜ੍ਹ ਰਹੇ ਹਾਂ, ਪਰ ਮਨ ਦੇ ਵਿੱਚ ਮੇਰੇ ਚੋਰ ਦੌੜੇ ਫਿਰ ਰਹੇ ਹੋ, ਤਾਂ ਮੈਨੂੰ ਪਤਾ ਹੈ ਅੱਖਾਂ ਮੇਰੀਆਂ ਸ਼ੁੱਧ ਨਹੀਂ ਦੇਖ ਰਹੀਆਂ, ਕੰਨ ਮੇਰਾ ਸ਼ੁੱਧ ਨਹੀਂ ਸੁਣ ਰਹੇ, ਜੀਭਾ ਮੇਰੀ ਸ਼ੁੱਧ ਨਹੀਂ ਬੋਲਦੀ, ਹਿਰਦਾ ਮੇਰਾ ਅਨੇਕਾਂ ਪਾਪਾਂ ਨਾਲ ਭਰਿਆ ਪਿਆ, ਵਿਸ਼ਿਆਂ ਵਿਕਾਰਾਂ ਨਾਲ ਭਰਿਆ ਪਿਆ। ਜਾਂ ਮੈਂ ਜਾਣਦਾ ਤੇ ਜਾਂ ਪ੍ਰਮਾਤਮਾ ਜਾਣਦਾ ਵੀ ਮੇਰੇ ਅੰਦਰ ਕੀ ਚੱਲ ਰਿਹਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਿਉਂਕਿ ਬੰਦੇ ਦੇ ਅੰਦਰ ਕੀ ਚੱਲ ਰਿਹਾ ਬੰਦਾ ਨਹੀਂ ਸਮਝ ਸਕਦਾ। ਦੂਜਾ ਜਾਂ ਤੇ ਪ੍ਰਮਾਤਮਾ ਜਾਣਦਾ ਜਾਂ ਬੰਦਾ ਜਾਣਦਾ, ਪਰ ਰੱਬ ਉਹਨਾਂ ਦਾ ਵੀ ਲੇਖਾ ਲੈ ਰਿਹਾ, ਰੱਬ ਉਹਨਾਂ ਨੂੰ ਵੀ ਕਾਊਂਟ ਕਰ ਰਿਹਾ। ਤੇ ਮਹਾਰਾਜ ਕਹਿੰਦੇ ਵੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਈ। ਜੇਕਰ ਤੇਰਾ ਮਨ ਇੱਕ ਨਿਮਖ ਜਿੰਨਾ ਵੀ ਗੁਰੂ ਦੀ ਸ਼ਰਨ ਵਿੱਚ ਨਹੀਂ ਆ ਰਿਹਾ, ਤੇ ਇਹਨਾਂ ਨੂੰ ਪੜ੍ਹਨ ਨਾਲ ਵੀ ਭਾਈ ਤੇਰੀ ਮੁਕਤੀ ਨਹੀਂ ਹੋ ਸਕਦੀ। ਤੇ ਅਗਲਾ ਬਚਨ, ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਈ। ਮਹਾਰਾਜ ਕਹਿੰਦੇ ਇੱਕ ਅੱਖਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਹਿੰਦੇ ਤੂੰ ਕੱਲਾ ਵਾਹਿਗੁਰੂ ਵੀ ਜੇਕਰ ਨਿਰਛਲ ਬੁੱਧੀ ਨਾਲ ਕਹਿ ਲਿਆ ਤਾਂ ਵੀ ਤੇਰਾ ਪਾਰ ਉਤਾਰਾ ਹੋ ਜਾਏਗਾ। ਜੇਕਰ ਤੂੰ ਧਿਆਨ ਨਾਲ ਕਹਿ ਲਿਆ, ਭਾਵ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਕੇ ਕਹਿ ਲਿਆ, ਇੱਕ ਪਾਸੇ ਦੁਨੀਆ ਦੇ ਗ੍ਰੰਥ ਪੜ੍ਹ ਲਓ ਤੇ ਇੱਕ ਪਾਸੇ ਜੇ ਇੱਕ ਨਿਮਖ ਜਿਤਨਾ ਵੀ ਆਪ ਜੀ ਨੇ ਨਾਮ ਸਤਿਗੁਰ ਦਾ ਧਿਆਨ ਧਰ ਲਿਆ ਨਾ, ਤਾਂ ਵੀ ਮਹਾਰਾਜ ਕਹਿੰਦੇ ਬਰਾਬਰ ਹੈ, ਤਾਂ ਵੀ ਉਹਦੇ ਨਾਲੋਂ ਜ਼ਿਆਦਾ ਤੂੰ ਲਾਭ ਪ੍ਰਾਪਤ ਕਰ ਲਏਗਾ। ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਤੇ ਉਹ ਨਿਰਮਲ ਹੋ ਜਾਂਦਾ। ਸਾਧ ਸੰਗਤ ਜੀ ਅਗਲਾ ਬਚਨ, ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਕਹਿੰਦੇ ਭਾਈ ਇਹ ਨਾ ਸੋਚਿਓ
ਵੀ ਇਹ ਜਿਹੜੀ ਬਾਣੀ ਆ ਇਕੱਲੇ ਸਿੱਖਾਂ ਵਾਸਤੇ ਉਪਦੇਸ਼ ਹੈ, ਵੀ ਇਹ ਇਕੱਲੇ ਸਿੱਖਾਂ ਦਾ ਹੀ ਇੱਦਾਂ ਵਰਤੇਗਾ। ਮਹਾਰਾਜ ਕਹਿੰਦੇ ਨਹੀਂ, ਚਾਹੇ ਕੋਈ ਖੱਤਰੀ ਆ, ਚਾਹੇ ਕੋਈ ਬ੍ਰਾਹਮਣ ਆ, ਚਾਹੇ ਕੋਈ ਸ਼ੂਦਰ ਆ, ਚਾਹੇ ਕੋਈ ਵੈਸ਼ ਹੈ, ਕਿਉਂਕਿ ਇਹ ਮਨੂ ਦੇ ਮੁਤਾਬਕ 4 ਵਰਨ ਬਣਾਏ ਗਏ ਆ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਮਹਾਰਾਜ ਕਹਿੰਦੇ ਭਾਈ ਇੱਥੇ ਜਾਤ ਪਾਤ ਦਾ ਜਾਂ ਵਰਨ ਦਾ ਕੋਈ ਸਵਾਲ ਨਹੀਂ, ਇਹ 4 ਵਾਸਤੇ ਹੀ ਉਪਦੇਸ਼ ਸਾਂਝਾ, ਵੀ ਸਾਰਿਆਂ ਵਾਸਤੇ ਲਾਗੂ ਹੁੰਦਾ ਇੱਦਾਂ, ਇਹ 4 ਵਾਸਤੇ ਸਾਂਝਾ ਉਪਦੇਸ਼ ਹੈ। ਗੁਰਮੁਖ ਨਾਮ ਜਪੈ ਉਧਰੈ, ਸੋ ਕਲਮੈ ਘਟ ਘਟ ਨਾਨਕ ਮਾਂਝਾ। ਕਹਿੰਦੇ ਅਸਲ ਦੇ ਵਿੱਚ ਗੁਰਮੁਖ ਜਨ, ਨਾਨਕ ਜੀ ਕਹਿੰਦੇ ਗੁਰਮੁਖ ਨਾਮ ਜਪੈ ਉਧਰੈ ਕਲ ਸੋ ਕਲਮੈ, ਭਾਵ ਕਲਯੁਗ ਦੇ ਵਿੱਚ ਉਹੀ ਮਨੁੱਖ ਦਾ ਪਾਰ ਉਤਾਰਾ ਹੋਏਗਾ। ਘਟ ਘਟ ਨਾਨਕ ਮਾਝਾ, ਜੀ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸਾਏਗਾ, ਉਹਦਾ ਹੀ ਪਾਰ ਉਤਾਰਾ ਹੋਏਗਾ ਭਾਈ। ਹੋਰ ਦੁਨੀਆ ਦੇ ਉੱਤੇ ਕੋਈ ਇੱਦਾਂ ਦੀ ਦਵਾ ਦਵਾਰੂ ਨਹੀਂ ਹੈ। ਤੇ ਮਹਾਰਾਜ ਕਹਿੰਦੇ ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਐਸੀ ਅਵਸਥਾ ਹੈ ਜਿਹੜੇ ਸਵਾਸ ਵਿੱਚ ਪਰਮਾਤਮਾ ਚਿੱਤ ਆ ਗਿਆ ਉਹ ਸਾਹ ਜਿੰਦਾ, ਜਿਹੜੇ ਸਵਾਸ ਵਿੱਚ ਨਹੀਂ ਚਿੱਤ ਆਉਂਦਾ ਉਹ ਤੇ ਮਰ ਗਿਆ। ਆਪਣੀ ਜ਼ਿੰਦਗੀ ਭਾਵੇਂ ਉਮਰ ਕਿੱਡੀ ਵੱਡੀ ਹੋ ਜਾਏ, ਮਹਾਰਾਜ ਦੇਖੋ ਸਿੱਧਾ ਬਚਨ ਕਰਦੇ ਆ, ਆਖਾਂ ਜੀਵਾਂ ਵਿਸਰੈ ਮਰ ਜਾਓ। ਇਹਦੇ ਅਰਥ ਕੀ ਨੇ? ਵੀ ਜਦੋਂ ਤੇਰੀ ਯਾਦ ਮੇਰੇ ਹਿਰਦੇ ਅੰਦਰ ਆਖਾਂ ਜੀਵਾਂ ਤੇ ਉਹ ਸਵਾਸ ਮੇਰੇ ਜਿੰਦਾ ਹੋ ਗਏ, ਵਿਸਰੈ ਮਰ ਜਾਓ। ਜਦੋਂ ਤੂੰ ਵਿਸਰ ਗਿਆ ਉਹ ਤਾਂ ਸਾਹ ਮੇਰੇ ਮਰ ਗਏ, ਜਿਹੜੇ ਤੇਰੀ ਯਾਦ ਤੋਂ ਬਿਨਾਂ ਚਲੇ ਗਏ। ਤੇ ਇਸੇ ਨੂੰ ਮਹਾਰਾਜ ਕਹਿੰਦੇ ਤੁਧ ਚਿੱਤ ਆਏ ਮਹਾ ਆਨੰਦਾ, ਜਿਸ ਵਿਸਰ ਹੈ ਸੋ ਮਰ ਜਾਏ। ਜਿਸ ਨੂੰ ਪਰਮੇਸ਼ਰ ਚਿੱਤ ਆਉਂਦਾ ਉਹਦਾ ਆਨੰਦ ਹੀ ਆਨੰਦ ਬਣ ਜਾਂਦਾ। ਤੇ ਸਾਧ ਸੰਗਤ ਜੀ ਜਿਸ ਨੂੰ ਵਿਸਰ ਗਿਆ ਉਹ ਤੇ ਮਰ ਗਿਆ। ਵਿਸਰ ਹੈ ਮਰ ਜਾਏ, ਦਿਆਲ ਹੋ ਵਹਿ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ। ਹਾਂ, ਜਿਸ ਦੇ ਉੱਤੇ ਪਰਮਾਤਮਾ ਦਿਆਲ ਹੋਏਗਾ ਨਾ, ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਕਿ ਬੰਦਾ ਆਪ ਧਿਆ ਲਏਗਾ, ਇਹ ਬੰਦੇ ਦੇ ਵੱਸ ਦੀ ਗੱਲ ਨਹੀਂ ਕਿ ਸੰਗਤ ਵਿੱਚ ਬੰਦਾ ਆਪ ਬੈਠ ਜਾਏਗਾ। ਮਹਾਰਾਜ ਦੇਖੋ ਸਿੱਧਾ ਬਚਨ ਕਰ ਰਹੇ, ਦਿਆਲ ਹੋ ਵਹਿ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ। ਜਿਸ ਦੇ ਉੱਪਰ ਪਰਮਾਤਮਾ ਤੂੰ ਦਿਆਲ ਹੁੰਦਾ ਉਹੀ ਤੇਰਾ ਨਾਮ ਤੇ ਆਉਂਦਾ, ਉਹੀ ਤੈਨੂੰ ਸਿਮਰ ਸਕਦਾ। ਇਸ ਲਈ ਇਹ ਕਿਰਪਾ ਮੰਗਿਆ ਕਰੋ। ਤੇ ਅਗਲਾ ਬਚਨ ਫਿਰ ਮਹਾਰਾਜ ਇਸੇ 'ਚ ਕਹਿੰਦੇ, ਮੇਰੇ ਸਾਹਿਬ ਤੂੰ ਮੈਂ ਮਾਣ ਨਹੀਂ ਮਾਣੀ। ਮਹਾਰਾਜ ਮੇਰਾ ਤੇ ਮਾਣ ਹੀ ਤੂੰ ਆ, ਮੇਰਾ ਤੇ ਤਾਣ ਹੀ ਤੂੰ ਆ, ਹੋਰ ਕੋਈ ਮੇਰਾ ਆਸਰਾ ਨਹੀਂ। ਮੇਰੇ ਸਾਹਿਬ ਤੂੰ ਮੈਂ ਮਾਣ ਨਹੀਂ ਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ। ਹੇ ਪ੍ਰਮਾਤਮਾ ਮੈਂ ਤੇ ਅਰਦਾਸ ਕਰਦਾ ਕਿ ਮੇਰੇ ਤੇਰੀ ਬਾਣੀ ਦਾ ਆਸਰਾ ਮੇਰੇ ਤੇ ਬਣਿਆ ਰਹੇ। ਇਹੀ ਅੱਜ ਹੁਕਮਨਾਮਾ ਸਾਹਿਬ ਵਿੱਚ ਮਹਾਰਾਜ ਸਾਨੂੰ ਸਮਝਾ ਰਹੇ ਕਿ ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਂਝਾ। ਜਿਹੜਾ ਭਾਈ ਪਰਮਾਤਮਾ ਦਾ ਨਾਮ ਜਪੇਗਾ ਉਹ ਉਧਰ ਜਾਏਗਾ। ਤੇ ਸਾਧ ਸੰਗਤ ਜੀ ਉਹ ਕਰਨ ਕਰਾਉਣ ਵਾਲਾ ਪਰਮਾਤਮਾ ਹੈ। ਇਸ ਲਈ ਉਸ ਦਾਤੇ ਦੇ ਚਰਨਾਂ ਵਿੱਚ ਸਦਾ ਅਰਦਾਸ ਕਰੀਏ। ਸਦਾ ਜਿਹੜਾ ਅੱਗ ਤੋਂ ਬਚਾ ਕੇ ਰੱਖਦਾ, ਤਪਦੇ ਬਲਦੇ ਸੰਸਾਰ ਤੋਂ ਬਚਾ ਕੇ ਰੱਖਦਾ, ਉਹ ਆਪ ਹੀ ਬਚਾਉਣ ਵਾਲਾ ਆ, ਦੁੱਖਾਂ ਤੋਂ ਬਚਾ ਕੇ ਰੱਖਦਾ। ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ, ਪਏ ਤੇਰੀ ਸਰਨਾਈ। ਮਹਾਰਾਜ ਤੇਰੀ ਸ਼ਰਨ ਵਿੱਚ ਪਏ ਹਾਂ। ਇਹ ਸੰਸਾਰ ਕਲਯੁਗ ਦੇ ਵਿੱਚ ਜਿਹੜੀ ਕਾਮ ਕ੍ਰੋਧ ਲੋਭ ਮੋਹ ਰੂਪੀ ਅੱਗ ਵਰਸ ਰਹੀ ਹੈ, ਇਹ ਤੋਂ ਆਪ ਜੀ ਹੀ ਬਚਾ ਸਕਦੇ ਹੋ। ਤੇਰਾ ਮਾਣ ਤਾਣ ਰਿਦ ਅੰਤਰ, ਹੋਰ ਦੂਜੀ ਆਸ ਚੁਕਾਈ। ਮਹਾਰਾਜ ਹੋਰ ਕਿਸੇ ਦੀ ਮੈਨੂੰ ਆਸ ਨਹੀਂ, ਕਿਉਂਕਿ ਤੇਰੇ ਤੇ ਹੀ ਮੇਰੀ ਟੇਕ ਹੈ, ਤੂੰ ਹੀ ਮੇਰਾ ਭਰੋਸਾ। ਮੇਰੇ ਰਾਮ ਰਾਏ ਤੁਧ ਚਿੱਤ ਆਈਐ ਉਭਰੇ, ਤੇਰੀ ਟੇਕ ਪ੍ਰਵਾਸਾ ਤੁਮਰਾ, ਜਪ ਨਾਨਕ ਤੁਮਰਾ ਉਧਰੇ। ਮਹਾਰਾਜ ਤੇਰੀ ਹੀ ਟੇਕ ਹੈ, ਤੇਰਾ ਹੀ ਪ੍ਰਵਾਸਾ। ਸੋ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਮਹਾਰਾਜ ਆਪਾਂ ਨੂੰ ਇਹ ਸਮਝਾਉਣਾ ਕਰਦੇ ਆ ਕਿ ਕਰਮ ਧਰਮ ਪਾਖੰਡ ਜੋ ਦਿਸੈ, ਜਬ ਜਾਗਾਤੀ ਲੁੱਟੈ ਭਾਈ। ਜੇ ਕੇਵਲ ਧਰਮ ਦਾ ਵੀ ਧੰਦਾ ਕਰੇਗਾ ਤੇ ਜਮਾਂ ਨੇ ਲੁੱਟ ਲੈਣਾ, ਧੰਦਾ ਨਹੀਂ ਚੱਲਣਾ ਧਰਮ ਦਾ। ਧਰਮ ਦੇ ਵਿੱਚ ਵੀ ਧੱਦਾ ਆਉਂਦਾ ਸਾਧ ਸੰਗਤ ਜੀ, ਤੇ ਧੰਦੇ ਵਿੱਚ ਵੀ ਧੱਦਾ ਹੀ ਆਉਂਦਾ। ਵਿਚਾਰ ਕਰ ਲਓ, ਧੱਦਾ ਤੇ ਧਰਮ ਧੰਦਾ। ਹੁਣ ਜੇ ਧਰਮੀ ਆ ਤੇ ਧੰਦੇ ਕਰਕੇ ਧਰਮ ਕਮਾਉਂਦਾ, ਤੇ ਮਹਾਰਾਜ ਕਹਿੰਦੇ ਫਿਰ ਧੰਦਾ ਤੇ ਡੋਬਦਾ ਹੀ ਆ, ਧਰਮ ਥੋੜ੍ਹਾ ਧਰਮ ਧਾਰਦਾ। ਧੰਦਾ ਜੇਕਰ ਧਰਮ ਨੂੰ ਧੰਦਾ ਬਣਾ ਲਿਆ ਤੇ ਫਿਰ ਔਖਾ ਹੋ ਜਾਏਗਾ।
ਜੇਕਰ ਧਰਮ ਨੂੰ ਪੂਜਾ ਬਣਾ ਲਿਆ ਤੇ ਮਹਾਰਾਜ ਕਿਰਪਾ ਕਰ ਦੇਗਾ। ਸਿੱਧੀ ਜੀ ਗੱਲ ਤਾਂ ਇੰਨੀ ਹੈ। ਭਾਵ ਜੇਕਰ ਤੀਰਥਾਂ ਤੇ ਜਾਣਾ ਵੀ ਕੇਵਲ ਮੈਲ ਭਰਨ ਵਾਲਾ ਕੰਮ ਬਣਾ ਲਿਆ ਤੇ ਫਿਰ ਤੇ ਤੀਰਥਾਂ ਤੇ ਜਾਣ ਦਾ ਵੀ ਲਾਭ ਨਹੀਂ। ਪਰ ਜੇਕਰ ਤੀਰਥਾਂ ਤੇ ਜਾ ਕੇ ਸਤਿਗੁਰ ਦੀ ਬਖਸ਼ਿਸ਼ ਲੈਣੀ ਹੈ ਫਿਰ ਤੀਰਥਾਂ ਦਾ ਲਾਭ ਹੈ। ਸੋ ਇਹੀ ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਸਮਝਾਉਂਦੇ ਆ। ਸੋ ਆਓ ਸਤਿਗੁਰ ਪਾਤਸ਼ਾਹ ਦੇ ਗੁਰ ਇਤਿਹਾਸ ਨੂੰ ਜੋ ਆਪਾਂ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਉਹਦੀ ਥੋੜ੍ਹੀ ਜਿਹੀ ਵਿਚਾਰ ਆਪਾਂ ਕਰੀਏ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕਿ ਪਟਨਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋ ਗਿਆ। ਮਾਤਾ ਗੁਜਰੀ ਦੀ ਪਾਵਨ ਪਵਿੱਤਰ ਕੁੱਖ ਤੋਂ ਪ੍ਰਕਾਸ਼ ਹੋਇਆ। ਪਟਨਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਮਾਤਾ ਗੁਜਰੀ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ 23 ਪੋਹ 1723 ਬਿਕਰਮੀ ਨੂੰ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਅਵਤਾਰ ਧਾਰ ਕੇ ਆਏ। ਕੱਲ੍ਹ ਆਪਾਂ ਨੇ ਪੜ੍ਹਿਆ ਸੀ ਕਿ ਅਸਾਮ ਦੀ ਧਰਤੀ 'ਤੇ ਮਹਾਰਾਜ ਨੂੰ ਖਬਰ ਪਹੁੰਚੀ ਤੇ ਰਾਮ ਰਾਏ 'ਤੇ ਕਿਵੇਂ ਕਿਰਪਾ ਕੀਤੀ। ਆਓ ਹੁਣ ਥੋੜ੍ਹੀ ਜਿਹੀ ਵਿਚਾਰ ਆਪਾਂ ਦੂਜੇ ਪੱਖ ਦੀ ਕਰੀਏ। ਸਤਿਗੁਰ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ 'ਤੇ ਹੋਇਆ। ਸਾਧ ਸੰਗਤ ਜੀ, ਆਪਾਂ ਜਦੋਂ ਇੱਥੋਂ ਜਾਂਦੇ ਹਾਂ, ਆਪਣੇ ਤਾਂ ਇਲਾਕਾ ਹੈ ਇਸਮਾਲਾਬਾਦ ਦੇ ਲਾਗੇ ਪਿੰਡ ਪੈਂਦਾ ਇੱਕ ਠਸਕਾ, ਜਿਹਨੂੰ ਠਸਕਾ ਮੀਰਾਂ ਜੀ ਕਾ ਕਿਹਾ ਜਾਂਦਾ ਹੈ। ਉੱਥੇ ਇੱਕ ਅਜੇ ਵੀ ਯਾਦ ਬਣੀ ਹੋਈ ਹੈ, ਇੱਕ ਸਥਾਨ ਬਣਿਆ ਹੋਇਆ, ਉਹ ਪੀਰ ਭੀਖਮ ਸ਼ਾਹ ਦੀ ਸਥਾਨ ਬਣਿਆ ਹੋਇਆ। ਉੱਥੇ ਉਹਨਾਂ ਨੂੰ ਕਿਹਾ ਤਾਂ ਕੜਾਮ ਵਾਲੇ ਪੀਰ ਜਾਂਦਾ, ਕਿਉਂਕਿ ਕੜਾਮ ਉਹਨਾਂ ਨੂੰ ਗੱਦੀ ਸੀ ਮਿਲੀ ਹੋਈ ਸੀ, ਪਰ ਉਹਨਾਂ ਨੂੰ ਇੱਥੇ ਵੀ ਜਗ੍ਹਾ ਮਿਲੀ ਹੋਈ ਸੀ, ਇੱਥੇ ਵੀ ਗੱਦੀ ਮਿਲੀ ਹੋਈ ਸੀ ਠਸਕੇ ਦੇ ਵਿੱਚ। ਉਸ ਵੇਲੇ ਠਸਕੇ ਦੇ ਵਿੱਚ ਸਨ। ਅਸਲ ਦੇ ਵਿੱਚ ਇਸ ਪੀਰ ਦੀ ਜਿਹੜੀ ਮਾਂ ਹੈ ਉਹ ਸਢੌਰੇ ਦੀ ਹੈ, ਜਿੱਥੋਂ ਦੇ ਪੀਰ ਬੁੱਧੂ ਸ਼ਾਹ ਜੀ ਹੈ। ਮਾਂ ਬੜੀ ਜੁੜੀ ਹੋਈ ਸੀ, ਆਤਮਾ ਸੀ ਜੁੜੀ ਹੋਈ, ਪਵਿੱਤਰ ਸੀ ਆਤਮਾ। ਇਹ ਵੀ ਬੜੀ ਕਿਰਪਾ ਵਾਲਾ ਬ੍ਰਹਮ ਦੇ ਨਾਲ ਸਾਧ ਸੰਗਤ ਜੀ, ਇਹਦੀ ਦੇਹੀ ਜਿਹੜੀ ਕਹਿ ਲਓ, ਆਤਮਾ ਜਿਹੜੀ ਕਹਿ ਲਓ, ਬ੍ਰਹਮ ਦੇ ਵਿੱਚ ਲੀਨ ਹੈ, ਜਿਹਨੂੰ ਆਪਾਂ ਬ੍ਰਹਮ ਗਿਆਨੀ ਕਹਿੰਦੇ ਆ। ਤੇ ਮਹਾਰਾਜ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੰਦੇ ਆ ਕਿ ਬ੍ਰਹਮ ਗਿਆਨੀ ਜਿਹੜਾ ਹੈ ਸਾਧ ਸੰਗਤ ਜੀ, ਉਹਦੇ ਲੱਛਣ, ਉਹਦੇ ਕਰਨੀ ਉਹ ਬ੍ਰਹਮ ਗਿਆਨੀ ਬਣਾਉਂਦੀ ਹੈ। ਇਹ ਨਹੀਂ ਕਿ ਕੋਈ ਬਾਣਾ ਪਾ ਲਿਆ ਬ੍ਰਹਮ ਗਿਆਨੀ ਬਣ ਗਿਆ, ਕਿਸੇ ਨੇ ਬਹੁਤਾ ਵਧੀਆ ਬਾਣਾ ਪਾ ਲਿਆ ਬ੍ਰਹਮ ਗਿਆਨੀ, ਕਿਉਂਕਿ ਆਪਾਂ ਤਾਂ ਬਾਣਿਆਂ ਨੂੰ ਹੀ ਬ੍ਰਹਮ ਗਿਆਨੀ ਕਹਿੰਦੇ ਆ। ਹੁਣ ਆਪਾਂ ਬ੍ਰਹਮ ਗਿਆਨੀ ਦਾ ਦਰਜਾ ਤਾਂ ਦੇਈ ਜਾਂਦੇ ਆ, ਪਰ ਅਸੀਂ ਆਪ ਤਾਂ ਜੁੜੇ ਹੋਏ ਹੈ ਨਹੀਂ, ਤੇ ਆਪਾਂ ਕਿਵੇਂ ਦੱਸ ਸਕਦੇ ਹਾਂ ਵੀ ਇਹ ਬ੍ਰਹਮ ਗਿਆਨੀ ਹੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਨੂੰ ਤਾਂ ਬ੍ਰਹਮ ਗਿਆਨੀ ਹੀ ਜਾਣ ਸਕਦਾ ਵੀ ਇਹ ਬ੍ਰਹਮ ਗਿਆਨੀ ਹੈ। ਭਾਵ ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਬ੍ਰਹਮ ਗਿਆਨੀ, ਜਿਸ ਨੂੰ ਬ੍ਰਹਮ ਦਾ ਗਿਆਨ ਹੋਵੇ। ਬ੍ਰਹਮ ਕਹਿੰਦੇ ਆ ਉਸ ਕਾਦਰ ਦਾ, ਕੁਦਰਤ ਦਾ, ਉਸ ਸਰਜਣ ਵਾਲੇ ਦਾ ਗਿਆਨ ਹੋਵੇ ਵੀ ਉਹ ਦਾਤਾ ਕੀ ਹੈ, ਉਸ ਨੂੰ ਬ੍ਰਹਮ ਕਿਹਾ ਜਾਂਦਾ, ਬ੍ਰਹਮ ਗਿਆਨੀ। ਇਹ ਨਹੀਂ ਕਿ ਕੇਵਲ ਦੁਨਿਆਵੀ ਤੌਰ ਦੇ ਉੱਤੇ ਬੰਦਾ ਪੜ੍ਹ ਗਿਆ, ਲਿਖ ਗਿਆ ਜਾਂ ਕੁਛ ਕਰ ਗਿਆ ਵੀ ਉਹ ਬ੍ਰਹਮ ਦੀ ਅਵਸਥਾ ਦਾ ਮਾਲਕ ਬਣ ਗਿਆ, ਐਸਾ ਨਹੀਂ। ਬ੍ਰਹਮ ਗਿਆਨੀ ਬਣਨ ਲਈ ਬੜੀ ਕਮਾਈ ਕਰਨੀ ਪੈਂਦੀ ਹੈ। ਤੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਉਹ ਸਦਾ ਹੀ ਜਿੰਦਾ ਰਹਿੰਦਾ ਬ੍ਰਹਮ ਗਿਆਨੀ, ਕਦੇ ਮਰਦਾ ਨਹੀਂ। ਸਾਧ ਸੰਗਤ ਜੀ, ਸਰੀਰ ਬਦਲ ਜਾਏਗਾ ਪਰ ਬ੍ਰਹਮ ਗਿਆਨੀ ਨਹੀਂ ਮਰਦਾ। ਹੁਣ ਇਹ ਜਿਹੜਾ ਸੀ ਭੀਖਮ ਸ਼ਾਹ, ਇਹ ਬੜਾ ਪੱਕਾ ਮੁਸਲਮਾਨ ਸੀ। ਮੁਸਲਮਾਨ ਸਿਜਦਾ ਕਰਦੇ ਆ, ਨਮਾਜ਼ ਪੜ੍ਹਦੇ ਆ। ਅੱਜ ਵੀ ਮੁਸਲਮਾਨ ਆਪਣੇ ਧਰਮ ਵਿੱਚ ਕੱਟੜ ਹੈ। ਆਪਾਂ ਨੇ ਦੇਖਿਆ ਹੋਣਾ ਕਈ ਵਾਰੀ ਆਪਣੇ ਨਗਰਾਂ ਵਿੱਚ ਵੀ, ਆਂਢ ਗੁਆਂਢ 'ਚ ਵੀ, ਜਿਸ ਵੇਲੇ ਉਹਨਾਂ ਦਾ ਟਾਈਮ ਹੋ ਗਿਆ ਨਾ ਸ਼ਾਮ ਨੂੰ ਵੀ ਨਮਾਜ਼ ਪੜ੍ਹਨੀ ਹੈ, 5 ਨਮਾਜ਼ਾਂ ਪੜ੍ਹਦਾ ਮੁਸਲਮਾਨ। ਜਿਸ ਵੇਲੇ ਵੀ ਉਹਦਾ ਨਮਾਜ਼ ਦਾ ਟਾਈਮ ਹੋ ਜਾਂਦਾ ਸਾਧ ਸੰਗਤ ਜੀ, ਉੱਥੇ ਹੀ ਚਾਦਰ ਵਿਛਾਉਂਦਾ ਤੇ ਉੱਥੇ ਹੀ ਪ੍ਰਮਾਤਮਾ ਨੂੰ ਸਿਜਦਾ ਕਰਨ ਲੱਗ ਜਾਂਦਾ ਮੁਸਲਮਾਨ, ਜਿੱਥੇ ਵੀ ਉਹਦਾ ਟਾਈਮ ਹੋ ਗਿਆ। ਹੁਣ ਆਪਾਂ ਆਪਣੇ ਵਿੱਚ ਲਾਈਏ, ਆਪਣਾ ਰਹਿਰਾਸ ਸਾਹਿਬ ਦਾ ਟਾਈਮ ਹੁੰਦਾ, ਆਪਾਂ ਦੇਖਦੇ ਹਾਂ ਵੀ ਰਹਿਰਾਸ ਸਾਹਿਬ ਦਾ ਟਾਈਮ ਹੋ ਗਿਆ, ਵੀ ਹੁਣ ਮੈਂ ਪ੍ਰਮਾਤਮਾ ਨਾਲ ਜੁੜਨਾ। ਜੇ ਕਿਸੇ ਕੋਲ ਬੈਠੇ ਆ ਜਾਂ ਸਾਡੇ ਕੋਲ ਕੋਈ ਬੈਠਾ, ਉਹਨੂੰ ਕਹਿੰਦੇ ਆ ਵੀ ਸੱਜਣਾ ਹੁਣ ਮੇਰਾ ਰਹਿਰਾਸ ਸਾਹਿਬ ਦਾ ਟਾਈਮ ਹੋ ਗਿਆ, ਵੀ ਹੁਣ ਜਾ ਜਾਂ ਥੋੜ੍ਹਾ ਰੁਕ ਜਾ, ਜਾਂ ਆਪਾਂ ਇਕੱਠੇ ਰਹਿਰਾਸ ਸਾਹਿਬ ਕਰ ਲਈਏ, ਕਦੇ ਕਹਿੰਦੇ ਇੱਦਾਂ? ਬਿਲਕੁਲ ਵੀ ਨਹੀਂ ਕਹਿੰਦੇ। ਆਪਾਂ ਰਹਿਰਾਸ ਸਾਹਿਬ ਛੱਡ ਦੇਵਾਂਗੇ, ਪਰ ਆਪਾਂ ਜਿਹੜਾ ਕੋਲ ਬੈਠਾ ਉਸ ਦੀਆਂ ਗੱਲਾਂ ਦਾ ਜਿਹੜਾ ਆਪਾਂ ਸਵਾਦ ਹੀ ਕਵਾਂਗੇ, ਜਿਹੜਾ ਆਨੰਦ ਲੈ ਰਹੇ ਹਾਂ ਬਸ ਉਹੀ ਲਈ ਜਾਵਾਂਗੇ, ਕੰਨ ਰਸ ਗੱਲਾਂ ਕਰੀ ਜਾਵਾਂਗੇ, ਪਰ ਗੁਰੂ ਵਾਲੇ ਪਾਸੇ ਨਹੀਂ ਜਾਵਾਂਗੇ। ਕਿਉਂਕਿ ਅਸਲ ਵਿੱਚ ਸਾਡਾ ਉਹ ਪ੍ਰੇਮ ਨਹੀਂ ਹੈ ਗੁਰੂ ਸਾਹਿਬ ਨਾਲ। ਜਿਨ੍ਹਾਂ ਦਾ ਪ੍ਰੇਮ ਹੈ ਸਾਧ ਸੰਗਤ ਜੀ, ਹੁਣ ਮੌਜੂਦਾ ਮੈਂ ਇੱਕ ਬੇਨਤੀ ਕਰਾਂ, ਮੌਜੂਦਾ ਸਮੇਂ ਦੇ ਵਿੱਚ ਸਾਧ ਸੰਗਤ ਜੀ ਇੱਕ ਸਿੰਘ ਹੋਏ ਆ ਤਕੜੇ ਵਧੀਆ ਜੀਵਨ ਵਾਲੇ, ਉਹਦੀਆਂ ਅੱਖਾਂ ਕੱਢਤੀਆਂ ਸਰਕਾਰ ਨੇ ਤਸ਼ੱਦਦ ਕਰਕੇ, ਅੱਖਾਂ ਡੇਲੇ ਇੱਦਾਂ ਲਟਕ ਰਹੇ ਆ ਹੇਠਾਂ।
ਤੇ ਡੇਲੇ ਲਟਕੇ ਹੋਇਆਂ ਦੇ ਵਿੱਚ ਵੀ ਉਸ ਤਸ਼ੱਦਦ ਕਰਨ ਵਾਲੇ ਸਿਪਾਹੀਆਂ ਨੂੰ ਕਹਿੰਦਾ ਵੀ ਇਹ ਦੱਸੋ ਕਿ ਟਾਈਮ ਕਿੰਨਾ ਹੋ ਗਿਆ। ਉਹਨਾਂ ਨੇ ਕਿਹਾ ਜੀ ਟਾਈਮ ਤੋਂ ਕੀ ਲੈਣਾ, ਵੀ ਤੈਨੂੰ ਕਿਹੜਾ ਹੁਣ ਦਿਸਣਾ, ਤੇਰੀਆਂ ਤਾਂ ਅੱਖਾਂ ਲਟਕੀਆਂ ਪਈਆਂ, ਬਾਹਰ ਡੇਲੇ ਕੱਢੇ ਹੋਏ ਆ ਤੇਰੇ। ਤੇ ਉਹ ਜਵਾਬ ਦਿੰਦਾ, ਨਹੀਂ ਮੈਨੂੰ ਦੱਸੋ ਵੀ ਸੂਰਜ ਛਿਪਿਆ ਜਾਂ ਨਹੀਂ। ਉਹਨਾਂ ਨੇ ਕਿਹਾ ਵੀ ਛਿਪ ਗਿਆ, ਪਰ ਪੁੱਛ ਕੇ ਕੀ ਲੈਣਾ। ਉਹ ਕਹਿੰਦਾ ਸੂਰਜ ਦੀ ਟਿੱਕੀ ਛਿਪੇ ਤੇ ਗੁਰੂ ਨਾਨਕ ਦਾ ਸਿੱਖ ਰਹਿਰਾਸ ਸਾਹਿਬ ਦਾ ਪਾਠ ਕਰਦਾ, ਮੈਂ ਰਹਿਰਾਸ ਸਾਹਿਬ ਦਾ ਪਾਠ ਕਰ ਲਵਾਂ। ਜਿੰਨਾ ਚਿਰ ਸਰੀਰ 'ਚ ਜਾਨ ਹੈ, ਇਹਨੂੰ ਸਾਧ ਸੰਗਤ ਜੀ ਪ੍ਰੇਮ ਕਹਿੰਦੇ ਆ। ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰਮਾਤਮਾ ਨਾਲ ਪਿਆਰ ਹੁੰਦਾ ਹੈ। ਭਾਵ ਮੁਸਲਮਾਨ ਨਵਾਜ਼ ਪੜ੍ਹਦਾ, ਸ਼ਾਮ ਦਾ ਵੇਲਾ ਸੀ ਨਵਾਜ਼ ਪੜ੍ਹਦਾ, ਅੰਮ੍ਰਿਤ ਵੇਲਾ ਨਵਾਜ਼ ਪੜ੍ਹਦਾ, 5 ਨਵਾਜ਼ਾਂ ਉਹਦੇ ਅਲੱਗ-ਅਲੱਗ ਟਾਈਮ ਹੈ। ਅੱਜ ਭੀਖਮ ਸ਼ਾਹ ਜਦ ਨਵਾਜ਼ ਲੱਗਾ ਸਾਧ ਸੰਗਤ ਜੀ ਪੜ੍ਹਨ, ਉਹਨੇ ਨਵਾਜ਼ ਪੱਛਮ ਵਾਲੇ ਪਾਸੇ ਨਹੀਂ ਕੀਤੀ, ਉਹਨੇ ਚੜ੍ਹਦੇ ਵਾਲੇ ਪਾਸੇ ਨੂੰ ਕੀਤੀ ਹੈ। ਸਿਜਦਾ ਚੜ੍ਹਦੇ ਵਾਲੇ ਪਾਸੇ ਕੀਤਾ। ਇਹ ਵੀ ਖਾਸੀਅਤ ਹੈ ਕਿ ਮੁਸਲਮਾਨ ਕਦੇ ਚੜ੍ਹਦੇ ਨੂੰ ਮੱਥਾ ਨਹੀਂ ਟੇਕਦਾ, ਉਹ ਹਮੇਸ਼ਾ ਲਹਿੰਦੇ ਨੂੰ ਮੱਥਾ ਟੇਕਦਾ ਹੈ, ਪੱਛਮ ਵਾਲੇ ਪਾਸੇ ਮੱਥਾ ਟੇਕਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਿਹੜਾ ਜਨਮ ਹੈ ਉਹ ਪੱਛਮ ਦੇ ਵਿੱਚ ਹੋਇਆ, ਲਹਿੰਦੇ ਵਿੱਚ ਹੋਇਆ, ਜਿਹਨੂੰ ਮੱਕਾ ਕਹਿੰਦੇ। ਮੱਕਾ ਪੱਛਮ ਦੇ ਵਿੱਚ ਹੈ, ਮਦੀਨਾ ਮੱਕਾ ਮਦੀਨਾ ਅਲੱਗ ਹੈ, ਮੱਕਾ ਅਲੱਗ ਹੈ। ਤੇ ਸਾਧ ਸੰਗਤ ਜੀ ਹਿੰਦੂ ਲੋਕ ਜਿਹੜੇ ਆ ਉਹ ਚੜ੍ਹਦੇ ਨੂੰ ਮੱਥਾ ਟੇਕਦੇ ਆ, ਕਿਉਂਕਿ ਉਸ ਚੜ੍ਹਦਾ ਸੂਰਜ ਦੇਵਤਿਆਂ ਨੂੰ ਮੰਨਦੇ ਆ, ਉੱਧਰ ਨੂੰ ਪਾਣੀ ਦਿੰਦੇ ਆ, ਚੜ੍ਹਦੇ ਨੂੰ ਦਿੰਦੇ ਆ, ਉਹ ਹਿੰਦੂ ਲੋਕ ਮੰਨਦੇ ਆ, ਸਨਾਤਨ ਧਰਮ ਵਾਲੇ। ਔਰ ਸਿੱਖ ਵਾਸਤੇ ਮਹਾਰਾਜ ਬਾਣੀ 'ਚ ਫੈਸਲਾ ਕਰਦੇ ਆ, ਕਹਿੰਦੇ ਭਾਈ ਸਾਰੇ ਪਾਸੇ ਉਹ ਪਰਮਾਤਮਾ ਬੈਠਾ, ਸਾਰੀਆਂ ਹੀ ਦਿਸ਼ਾਵਾਂ ਬਰਾਬਰ ਨੇ। ਸਿੱਖ ਨੇ ਕਦੇ ਚੜ੍ਹਦੇ ਲਹਿੰਦੇ ਦਾ ਉੱਤਰ ਦੱਖਣ ਦਾ ਕਦੇ ਵਹਿਮ ਕਰਨਾ ਹੀ ਨਹੀਂ। ਮਹਾਰਾਜ ਬਾਣੀ 'ਚ ਕਹਿ ਰਹੇ ਆ ਬਚਨ। ਉਹ ਕਹਿੰਦੇ ਜੇ ਪੂਰਬ 'ਚ ਪਰਮਾਤਮਾ ਬੈਠਾ ਤੇ ਫਿਰ ਉੱਤਰ ਵਾਲੇ ਪਾਸੇ ਪਹਾੜ ਆ, ਉਹਨਾਂ ਵਿੱਚ ਕੌਣ ਬੈਠਾ? ਪਹਾੜਾਂ ਨੂੰ ਵੀ ਤਾਂ ਬਣਾਉਣ ਵਾਲਾ ਉਹੀ ਆ, ਉੱਧਰ ਵੀ ਉਹੀ ਬੈਠਾ ਤੇ ਦੱਖਣ 'ਚ ਵੀ ਉਹੀ ਬੈਠਾ। ਜੇ ਸਾਰੇ ਪਾਸੇ ਉਹ ਬੈਠਾ ਤੇ ਫਿਰ ਦਿਸ਼ਾ ਦਾ ਵਿਚਾਰ ਕਿਉਂ ਹੈ? ਪਰ ਮੁਸਲਮਾਨ ਲਹਿੰਦੇ ਨੂੰ ਮੱਥਾ ਟੇਕਦਾ, ਸਿਜਦਾ ਕਰਦਾ। ਜੇ ਮੁਸਲਮਾਨ ਕੋਈ ਚੜ੍ਹਦੇ ਨੂੰ ਟੇਕੇ ਮੱਥਾ, ਸਾਧ ਸੰਗਤ ਜੀ ਉਹਨੂੰ ਕਾਫਰ ਕਿਹਾ ਜਾਂਦਾ। ਕਾਫਰ ਕਹਿੰਦੇ ਵੀ ਜਿਹੜਾ ਆਪਣੇ ਧਰਮ ਤੋਂ ਬਾਗੀ ਹੋ ਜਾਂਦਾ। ਇਹ ਹਿੰਦੂ ਲੋਕਾਂ ਨੂੰ ਕਾਫਰ ਕਹਿੰਦੇ ਆ। ਕਾਫਰ ਵੀ ਇਹ ਕਾਫਰ ਲੋਕ ਨੇ, ਵੀ ਇਹ ਰੱਬ ਨੂੰ ਨਹੀਂ ਮੰਨਦੇ। ਇਹ ਮੁਸਲਮਾਨ ਦਾ ਉਹ ਹੈ। ਹੁਣ ਪੀਰ ਨੇ ਅੱਜ ਚੜ੍ਹਦੇ ਨੂੰ ਮੱਥਾ ਟੇਕਿਆ, ਪੀਰ ਭੀਖਮ ਸ਼ਾਹ ਨੇ। ਚੇਲੇ ਸੀ ਉਹਦੇ ਨਾਲ, ਉਹਨਾਂ ਨੇ ਇਤਰਾਜ਼ ਕੀਤਾ ਵੀ ਤੂੰ ਇਹ ਦੱਸ ਵੀ ਚੜ੍ਹਦੇ ਨੂੰ ਮੱਥਾ ਕਿਉਂ ਟੇਕਿਆ, ਇਹ ਦੱਸ ਵੀ ਚੜ੍ਹਦੇ ਨੂੰ ਮੱਥਾ ਕਿਉਂ ਟੇਕਿਆ। ਹੁਣ ਮੰਨ ਲਓ ਆਪਾਂ ਸਿੱਧੇ ਲਫ਼ਜ਼ਾਂ 'ਚ ਇੱਕ ਵਿਚਾਰ ਕਰੀਏ, ਇੱਥੇ ਮਹਾਰਾਜ ਪ੍ਰਕਾਸ਼ ਹੈ, ਹੁਣ ਬਾਹਰ ਕੋਈ ਸੱਜਣ ਖੜਾ, ਉਹ ਇੱਧਰ ਨੂੰ ਮੂੰਹ ਕਰਕੇ ਮੱਥਾ ਟੇਕ ਰਿਹਾ, ਪਰ ਜੇ ਉਹ ਬਾਹਰ ਖੜ ਕੇ ਦੂਜੇ ਪਾਸੇ ਨੂੰ ਮੱਥਾ ਟੇਕੇ ਤੇ ਉਲਟਾ ਲੱਗੇਗਾ ਨਾ ਵੀ ਇੱਧਰ ਨੂੰ ਮੱਥਾ ਕਿਉਂ ਟੇਕੀ ਜਾਂਦਾ। ਤੇ ਆਪਾਂ ਜਿਹੜੇ ਜਿੰਨੇ ਵੀ ਜੁੜਨ ਵਾਲੇ ਆ, ਆਪਾਂ ਇਤਰਾਜ਼ ਵੀ ਕਰਾਂਗੇ ਵੀ ਇਹਨੂੰ ਪਤਾ ਨਹੀਂ ਕੀ ਹੋ ਗਿਆ, ਝੱਲਾ ਹੋ ਗਿਆ ਵੀ ਦੂਜੇ ਪਾਸੇ ਨੂੰ ਮੱਥਾ ਟੇਕੀ ਜਾਂਦਾ। ਇਹੀ ਸੀ। ਹੁਣ ਪੀਰ ਨੇ ਜਦੋਂ ਚੜ੍ਹਦੇ ਨੂੰ ਮੱਥਾ ਟੇਕਿਆ, ਉਹਦੇ ਚੇਲੇ ਕਹਿੰਦੇ ਵੀ ਪੀਰ ਬੌਰਾ ਹੋ ਗਿਆ, ਬੌਰਾਨਾ ਹੋ ਗਿਆ, ਵੀ ਪਾਗਲ ਹੋ ਗਿਆ ਪੀਰ, ਇਹ ਚੜ੍ਹਦੇ ਨੂੰ ਮੱਥਾ ਕਿਉਂ ਟੇਕ ਰਿਹਾ, ਕਾਫਰ ਹੋ ਗਿਆ ਪੀਰ। ਉਹਨਾਂ ਨੇ ਪੀਰ ਨੂੰ ਪੁੱਛਿਆ। ਹੁਣ ਦੇਖੋ ਰਹਿੰਦੇ ਤਾਂ ਇਕੱਠੇ ਹੀ ਆ, ਦੋਵੇਂ ਇਕੱਠੇ ਆ, ਸਾਰੇ ਚੇਲੇ ਵੀ ਨਾਲ ਰਹਿ ਰਹੇ ਆ। ਹੁਣ ਚੇਲਿਆਂ ਦੀ ਜਿਹੜੀ ਪਹੁੰਚ ਹੈ ਉਹ ਰੱਬ ਨੂੰ ਦੇਖਣ ਦੀ ਨਹੀਂ ਹੈ, ਤੇ ਪੀਰ ਰੱਬ ਨੂੰ ਦੇਖ ਰਿਹਾ। ਰਹਿ ਤਾਂ ਇਕੱਠੇ ਰਹੇ ਆ। ਹੁਣ ਇਸੇ ਤਰ੍ਹਾਂ ਆਪਾਂ ਹਾਂ, ਇੱਕ ਮਨੁੱਖ ਰੱਬ ਨਾਲ ਜੁੜਿਆ ਹੋਇਆ ਤੇ ਇੱਕ ਤੁਰਿਆ ਵੀ ਨਹੀਂ, ਤੇ ਦੋਵਾਂ ਦਾ ਲੈਵਲ ਕਿਵੇਂ ਬਰਾਬਰ ਹੋਊਗਾ। ਸਤਿਗੁਰੂ ਜੀ ਬਾਣੀ 'ਚ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜੋੜ ਨਹੀਂ ਬਣਦਾ, ਬੈਲੈਂਸ ਨਹੀਂ ਬਣਦਾ, ਕਿਉਂਕਿ ਭਗਤ ਲੋਕ ਜਿਹੜੇ ਉੱਪਰਲੇ ਤਲ 'ਤੇ ਜਿੰਦੇ ਆ, ਆਪਾਂ ਸੰਸਾਰ ਤਲ 'ਤੇ ਜਿੰਦੇ ਆ, ਉਹ ਰੱਬ ਵਾਲੇ ਤਲ 'ਤੇ ਜਿੰਦੇ ਆ। ਇਹੀ ਫਰਕ ਰਹਿੰਦਾ। ਹੁਣ ਪੀਰ ਨੇ ਮੱਥਾ ਟੇਕਿਆ, ਚੇਲਿਆਂ ਨੇ ਇਤਰਾਜ਼ ਕੀਤਾ, ਤੇ ਪੀਰ ਕਹਿੰਦਾ ਵੀ ਨਹੀਂ, ਅੱਜ ਰੱਬ ਦਾ ਨੂਰ ਪੂਰਬ 'ਚ ਆ ਗਿਆ। ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਤੇ ਪੀਰ ਦਾ ਦੇਖੋ ਕਿੱਡਾ ਵੱਡਾ ਭਰੋਸਾ ਸੀ, ਕਹਿੰਦਾ ਚਲੋ ਮੇਰੇ ਨਾਲ, ਮੈਂ ਤੁਹਾਨੂੰ ਦਰਸ਼ਨ ਕਰਾ ਕੇ ਲਿਆਂਦਾ। ਆਖੋ ਸਤਨਾਮ। ਹੈ ਮੁਸਲਮਾਨ ਸਾਧ ਸੰਗਤ ਜੀ, ਤੇ ਆਪਣੇ ਗੁਰੂ ਨੂੰ ਕਹਿ ਰਿਹਾ ਵੀ ਚਲੋ ਮੈਂ ਮੱਥਾ ਟਿਕਾ ਕੇ ਲਿਆਉਣਾ ਤੁਹਾਨੂੰ। ਅਜੇ ਆਗਮਨ ਹੋਇਆ, ਪ੍ਰਕਾਸ਼ ਹੋਇਆ, ਜਨਮ ਹੋਇਆ ਅਜੇ। ਸਾਧ ਸੰਗਤ ਜੀ ਕੜਾਮ ਤੋਂ ਮੀਰਾ ਜੀ ਕੇ ਠਸਕੇ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚੇ ਆ ਪੀਰ ਤੇ ਉਹਦੇ ਚੇਲੇ। ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਆ,
ਉੱਥੇ ਸਿਜਦਾ ਕੀਤਾ ਧਰਤੀ ਨੂੰ ਵੀ, ਧਰਤੀ ਤੂੰ ਵੀ ਭਾਗਾਂ ਵਾਲੀ ਹੋ ਗਈ, ਅੱਜ ਤੇਰੇ ਤੇ ਪਿਰਾਨ ਪੀਰ ਆ ਗਿਆ। ਕਿੱਡੀ ਵੱਡੀ ਦ੍ਰਿਸ਼ਟੀ ਸੀ। ਫਿਰ ਨਾਲ ਇੱਕ ਬਚਨ ਕੀਤਾ ਵੀ ਇੰਨਾ ਚਿਰ ਮੈਂ ਤੇਰਾ ਦੀਦਾਰ ਨਹੀਂ ਕਰੂੰਗਾ, ਇੰਨਾ ਚਿਰ ਮੁੱਖ ਨੂੰ ਅੰਨ ਜਲ ਨਹੀਂ ਲਾਊਂਗਾ, ਪ੍ਰਸ਼ਾਦਾ ਪਾਣੀ ਨਹੀਂ ਇੰਨਾ ਛਕੂੰਗਾ, ਇੰਨਾ ਚਿਰ ਤੇਰਾ ਮੁੱਖ ਨਹੀਂ ਦੇਖਾਂਗਾ। ਚਲੇ ਗਏ, ਪੁੱਛਿਆ, ਪਤਾ ਲੱਗਾ ਵੀ ਇਸ ਧਰਤੀ ਤੇ ਰੂਹ ਆਈ ਆ। ਹਵੇਲੀ ਤੇ ਪਹੁੰਚ ਕੇ ਮਾਤਾ ਜੀ ਮਿਲੇ, ਮਾਮਾ ਜੀ ਮਿਲੇ ਤੇ ਪੁੱਛਿਆ, ਕਿਉਂਕਿ ਸਾਰਿਆਂ ਨੂੰ ਵੰਡ ਰਹੇ ਸੀ, ਫਕੀਰਾਂ ਨੂੰ ਧਨ ਦੌਲਤ ਕੱਪੜੇ ਦੇ ਰਹੇ ਸੀ, ਪੀਰ ਭੀਖਮ ਸ਼ਾਹ ਨੂੰ ਵੀ ਦੇਣੇ ਚਾਹੇ। ਪੀਰ ਭੀਖਮ ਸ਼ਾਹ ਨੇ ਇਨਕਾਰ ਕਰਤਾ। ਉਹ ਕਹਿੰਦਾ ਮੈਂ ਵਸਤਰ ਲੈਣ ਵਾਸਤੇ ਜਾਂ ਪੈਸੇ ਲੈਣ ਵਾਸਤੇ ਨਹੀਂ ਆਇਆ, ਮੈਂ ਦਰਸ਼ਨ ਕਰਨ ਵਾਸਤੇ ਆਇਆ। ਮਾਤਾ ਨੇ ਇਨਕਾਰ ਕਰਤਾ ਵੀ ਅਜੇ ਬਾਲਕੇ ਨੂੰ ਬਾਹਰ ਨਹੀਂ ਕੱਢਣਾ, ਅਜੇ ਦਰਸ਼ਨ ਨਹੀਂ ਹੋ ਸਕਦੇ। ਜਿਵੇਂ ਆਮ ਆਪਾਂ ਪ੍ਰੰਤ ਲਾ ਲਈਏ ਜਨਮ ਦੀ ਪ੍ਰਕਿਰਿਆ ਨੂੰ, ਜਿਹਨੂੰ ਛਿਲਿਆਂ ਵਿੱਚ ਆਪਾਂ ਕਹਿ ਲਈਏ ਵੀ ਬਾਹਰ ਨਹੀਂ ਕੱਢਣਾ ਬਾਲਕ ਨੂੰ, ਮਾਪਿਆਂ ਦੀ ਇੱਦਾਂ ਦੀ ਸੀ। ਤੇ ਸਾਧ ਸੰਗਤ ਜੀ, ਪੀਰ ਕਹਿੰਦਾ ਚੰਗਾ ਤੇਰੀ ਮਰਜ਼ੀ ਆ, ਦਹਲੀਜ਼ ਤੇ ਬੈਠ ਗਿਆ। ਉਹ ਕਹਿੰਦੇ ਤੈਨੂੰ ਮਕਾਨ ਦੇ ਦਿੰਦੇ ਆ ਰਹਿਣ ਨੂੰ, ਤੈਨੂੰ ਬਸਤਰਾਦ ਦੇ ਦਿੰਦੇ ਆ, ਤੇਰਾ ਇੰਤਜ਼ਾਮ ਕਰ ਦਿੰਦੇ ਆ। ਉਹ ਕਹਿੰਦਾ ਨਾ ਕਿਤੇ ਜਾਣਾ ਤੇ ਨਾ ਕੁਝ ਖਾਣਾ, ਬਸ ਮੈਂ ਤਾਂ ਆਪਣੇ ਪਿਆਰੇ ਦੀ ਦਹਲੀਜ਼ ਤੇ ਬੈਠਾ। ਕਿੰਨੀ ਵੱਡੀ ਸ਼ਰਧਾ ਸੀ। ਮਾਮਾ ਕਿਰਪਾਲ ਚੰਦ ਜੀ ਲੱਗੇ ਕਹਿਣ, ਪੀਰ ਜੀ ਹੱਠ ਕਰਦਾ, ਜਿੱਦ ਕਰ ਰਹੇ। ਪੀਰ ਕਹਿੰਦਾ ਨਹੀਂ, ਤੈਨੂੰ ਇਹ ਜਿੱਦ ਨਜ਼ਰ ਆਉਂਦੀ ਆ, ਇਹ ਮੇਰੀ ਜਿੱਦ ਨਹੀਂ, ਇਹ ਮੇਰਾ ਅਕੀਦਾ ਹੈ, ਇਹ ਮੇਰਾ ਪ੍ਰਣ ਹੈ, ਇਹ ਮੇਰਾ ਪਿਆਰ ਹੈ। ਤੇ ਐਸਾ ਹੀ ਹੋਇਆ। ਅਰਦਾਸ ਕਰ ਰਿਹਾ, ਕਹਿੰਦੇ ਜਦੋਂ ਵਜਦ 'ਚ ਆ ਜਾਂਦਾ ਨਾ, ਬੈਠੇ ਨੂੰ ਟਾਈਮ ਹੋ ਗਿਆ, ਸਾਧ ਸੰਗਤ ਜੀ ਨਾ ਫਿਰ ਹਿਰਦੇ 'ਚੋਂ ਪੁਕਾਰਦਾ ਹੈ, ਮੇਰੇ ਖੁਦਾ ਦਰਸ਼ਨ ਦੀ ਤਾਂਘ ਹੈ, ਦਰਸ਼ਨ ਦੀ ਤਾਂਘ ਹੈ, ਦਰਸ਼ਨ ਦੇ। ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਦਰਸ਼ਨ ਮੰਗੋ ਦੇ ਪਿਆਰੇ, ਮਹਾਰਾਜ ਮੈਨੂੰ ਦਰਸ਼ਨ ਦੇ। ਦਰਸ਼ਨ ਮੰਗਦੇ ਹਾਂ ਆਪਾਂ। ਜਿਹੜੇ ਭਾਵਨਾ ਵਾਲੇ ਸਿੱਖ ਆ, ਉਹ ਜਦੋਂ ਬਾਣੀ 'ਚ ਬੈਠਦੇ ਆ, ਨਿਤਨੇਮ ਦੇ ਵਿੱਚ ਜੁੜਦੇ ਆ, ਜਦੋਂ ਉਹ ਸਿਮਰਨ 'ਚ ਜੁੜ ਜਾਂਦੇ ਆ ਨਿਤਨੇਮ ਦੇ ਨਾਲ ਨਾਲ, ਜਦੋਂ ਸਿਮਰਨ ਉਹਨਾਂ ਦੇ ਹਿਰਦੇ ਵਿੱਚ ਉਤਰਦਾ ਤੇ ਫਿਰ ਉਹ ਆਵਾਜ਼ ਦਿੰਦੇ ਵੀ ਰੱਬ ਜੀ ਦਰਸ਼ਨ ਦੇ, ਮਹਾਰਾਜ ਦਰਸ਼ਨ ਦੇ, ਤੇਰੇ ਦਰਸ਼ਨ ਦੀ ਤਲਬ ਹੈ। ਇੱਕ ਅਵਸਥਾ ਦਾ ਨਾਮ ਹੈ। ਜਿਵੇਂ ਗੁਰਮੁਖਾਂ ਨੇ, ਆਪਾਂ ਕਹਿੰਦੇ ਨਾ ਵੀ ਫਲਾਣੇ ਮਹਾਂਪੁਰਖਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ, ਉਹਨਾਂ ਨੇ ਇਸ ਅਵਸਥਾ ਵਿੱਚ ਦਰਸ਼ਨ ਕੀਤੇ ਆ। ਜਦੋਂ ਜੁੜ ਜਾਂਦੀ ਆ ਨਾ ਆਤਮਾ, ਆਤਮਾ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ, ਭਾਵ ਸਮਾ ਜਾਂਦੀ ਹੈ। ਜਦੋਂ ਮਨੁੱਖ ਦੀ ਆਤਮਾ ਉਸ ਰੱਬ ਦੇ ਵਿੱਚ ਇੰਨੀ ਅਭੇਦ ਹੋ ਜਾਂਦੀ ਆ ਵੀ ਰੱਬ ਦਾ ਤੇ ਫਿਰ ਬੰਦੇ ਦਾ ਅੰਤਰ ਹੀ ਨਹੀਂ ਰਹਿੰਦਾ। ਜਿੱਦਾਂ ਬਾਬਾ ਰਵਿਦਾਸ ਮਹਾਰਾਜ ਜੀ ਨੇ ਜਦੋਂ ਅਭੇਦ ਹੋ ਗਈ ਨਾ ਪਰਮਾਤਮਾ ਵਿੱਚ, ਤੇ ਪਰਮਾਤਮਾ ਨੂੰ ਫਿਰ ਇਹੀ ਬਚਨ ਕਰ ਰਿਹਾ, ਮੋਹੀ ਤੋਹੀ ਤੋਹੀ ਮੋਹੀ ਫਿਰ ਅੰਤਰ ਕੈਸਾ, ਵੀ ਹੁਣ ਜੋ ਮੇਰਾ ਸੋ ਤੇਰਾ, ਜੋ ਤੇਰਾ ਸੋ ਮੇਰਾ, ਫਿਰ ਤੇਰਾ ਤੇ ਮੇਰਾ ਅੰਤਰ ਕਾਹਦਾ, ਫਰਕ ਕਿਹੜਾ ਰਹਿ ਗਿਆ। ਤੇ ਇੱਦਾਂ ਦੀ ਅਵਸਥਾ ਬਣ ਜਾਂਦੀ ਹੈ। ਜਦੋਂ ਇੱਦਾਂ ਦੀ ਅਵਸਥਾ ਬਣਦੀ ਹੈ ਤਾਂ ਜਗਿਆਸੂ ਜਨ ਆਪਣੇ ਰੱਬ ਦਾ, ਆਪਣੇ ਸ਼ੌਹ ਦਾ, ਆਪਣੇ ਪਰਮਾਤਮਾ ਦਾ ਦੀਦਾਰ ਕਰਦਾ, ਦਰਸ਼ਨ ਕਰਦਾ। ਹੁਣ ਪੀਰ ਭੀਖਮ ਸ਼ਾਹ ਜਦੋਂ ਵਜਦ ਵਿੱਚ ਆਉਂਦਾ ਨਾ, ਫਿਰ ਪੁਕਾਰਦਾ ਕਿ ਦਰਸ਼ਨ ਦੇ, ਦਰਸ਼ਨ ਦੇ, ਤੇਰੇ ਦਰਸ਼ਨ ਦੀ ਤਲਬ ਹੈ। ਸਾਧ ਸੰਗਤ ਜੀ, ਇਹ ਬਣਦੀ ਹੈ ਅਰਦਾਸ। ਇਹਨੂੰ ਅਰਦਾਸ ਕਿਹਾ ਜਾਂਦਾ ਹੈ। ਕੇਵਲ ਆਪਾਂ ਰੋਜ਼ ਕਰਦੇ ਹਾਂ ਅਰਦਾਸ, ਮਾਫ ਕਰਨਾ ਮੈਂ ਇੱਕ ਸਿੱਧਾ ਜਿਹਾ ਸ਼ਬਦ ਕਹਿ ਰਿਹਾ, ਕੇਵਲ ਸ਼ਬਦਾਂ ਦਾ ਨਾਮ ਅਰਦਾਸ ਨਹੀਂ ਕਿ ਸ਼ਬਦ ਚੰਗੇ ਪੜ੍ਹ ਲਏ, ਜੋੜ ਕੇ ਪੜ੍ਹ ਲਏ ਜਾਂ ਝੁਕ ਲਏ। ਇਹ ਤਾਂ ਸਾਡਾ ਇੱਕ ਤਰੀਕਾ ਹੈ, ਸਾਡਾ ਢੰਗ ਹੈ, ਸਾਡਾ ਸਕੂਲ ਵਿੱਚ ਪੜ੍ਹਨ ਦਾ ਇੱਕ ਤਰੀਕਾ ਹੈ। ਪਰ ਇਹ ਅਰਦਾਸ ਨਹੀਂ ਬਣਦੇ ਇੰਨਾ ਚਿਰ ਸਾਡਾ ਹਿਰਦਾ ਨਹੀਂ ਭਿੱਜਦਾ, ਇੰਨਾ ਚਿਰ ਅਰਦਾਸ ਨਹੀਂ ਬਣ ਸਕਦੀ। ਅਰਦਾਸ ਹੁੰਦਾ ਜਿਹੜੇ ਹਿਰਦੇ 'ਚੋਂ ਬਚਨ ਨਿਕਲ ਰਹੇ ਆ, ਬੜੀ ਉਮੀਦ ਲੈ ਕੇ ਨਿਕਲ ਰਹੇ ਆ, ਉਹ ਅਰਦਾਸ ਬਣਦੀ ਹੈ। ਹੁਣ ਅਰਦਾਸ ਬਣੀ, ਮਹਾਰਾਜ ਕਹਿੰਦੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਤੇ ਐਸੀ ਕਿਰਪਾ ਕੀਤੀ, ਮਾਂ ਜੀ ਵੀ ਦਰਸ਼ਨ ਕਰਾਉਣ ਲਈ ਤਿਆਰ ਹੋ ਗਏ, ਮਾਮਾ ਜੀ ਵੀ ਮੰਨ ਗਏ, ਸਾਰੇ ਮੰਨ ਗਏ। ਇਹ ਅਰਦਾਸ ਹੈ ਸੀ ਨਾ। ਉਹਨਾਂ ਕਿਹਾ ਵੀ ਡੂਢੀ 'ਚ ਤੱਪੜ ਵਿਛਾਓ, ਰਾਗੀ ਜਥੇ ਬੁਲਾ ਲਏ ਵੀ ਦਰਸ਼ਨ ਕਰਾਓ, ਸਾਰੀ ਸੰਗਤਾਂ ਨੂੰ ਕਰਾ ਦਿਓ ਦਰਸ਼ਨ। ਹੁਣ ਇਹ ਨਹੀਂ ਵੀ ਇਕੱਲੇ ਪੀਰ ਨੂੰ ਸਾਰਿਆਂ ਨੂੰ ਕਰਾ ਦਿਓ। ਸਾਰੀ ਸੰਗਤਾਂ ਇਕੱਠੀਆਂ ਹੋ ਗਈਆਂ, ਭੀੜ ਲੱਗ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਲਈ। ਇੱਕ ਦੂਜੇ ਤੋਂ ਫਿਰ ਮੂਹਰੇ ਜਾਂਦੇ, ਜਦੋਂ ਕੋਈ ਚੀਜ਼ ਆ ਜੇ ਨਾ, ਫਿਰ ਇੱਕ ਦੂਜੇ ਤੋਂ ਜਿਹੜਾ ਮੰਗਣ ਵਾਲਾ ਸੀ ਉਹ ਪਿੱਛੇ ਖੜਾ, ਤੇ ਦੂਜੇ ਲੋਕਾਂ ਦੀ ਭੀੜ ਧੱਕੇ ਮਾਰ ਮਾਰ ਅੱਗੇ ਜਾਂਦੇ ਆ ਵੀ ਮੈਂ ਮੱਥਾ ਪਹਿਲਾਂ ਟੇਕ ਲਾਂ। ਇੱਦਾਂ ਹੀ ਹੋਇਆ। ਸਾਧ ਸੰਗਤ ਜੀ, ਪੀਰ ਭੀਖਮ ਸ਼ਾਹ ਖਲੋਤਾ, ਹੁਣ ਚੇਲੇ ਵੀ ਨਾਲ ਖੜੇ ਆ। ਪੀਰ ਭੀਖਮ ਸ਼ਾਹ ਨੇ 2 ਕੁੱਜੀਆਂ ਹੱਥਾਂ ਵਿੱਚ ਲਈਆਂ, ਕੁੱਜੀਆਂ ਵਿੱਚ ਪਕਵਾਨ ਪਾ ਲਏ ਜਾਂ ਦੁੱਧ ਪਾ ਲਿਆ। ਇੱਕ ਨੂੰ ਮੰਨ ਲਿਆ ਹਿੰਦੂਆਂ ਦੀ, ਇੱਕ ਨੂੰ ਮੰਨ ਲਿਆ ਮੁਸਲਮਾਨਾਂ ਦੀ।
ਮਨ ਦੇ ਵਿੱਚ ਭਾਵਨਾ ਬਣਾ ਲਈ ਵੀ ਜੇ ਤਾਂ ਹਿੰਦੂਆਂ ਦਾ ਹਿੰਦੂਆਂ ਵਾਲੀ ਕੁੱਜੀ ਤੇ ਹੱਥ ਲਾਊਗਾ, ਜੇ ਮੁਸਲਮਾਨਾਂ ਦਾ ਹੋਇਆ ਤਾਂ ਮੁਸਲਮਾਨਾਂ ਵਾਲੀ ਕੁੱਜੀ ਤੇ ਹੱਥ ਲਾਊਗਾ। ਇੱਦਾਂ ਮਹਾਰਾਜ ਦੇ ਸਾਹਮਣੇ ਖੜ ਗਿਆ, ਨੈਣਾ ਚੋਂ ਨੀਰ ਵਹਿ ਰਿਹਾ। ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਰਾਏ ਗੋਦ ਦੇ ਵਿੱਚ ਮਹਾਰਾਜ ਜਿਵੇਂ ਬੱਚਾ ਮੁਸਕਾਉਂਦਾ ਨਾ, ਇੱਦਾਂ ਪੀਰ ਜੀ ਵੱਲ ਦੇਖ ਕੇ ਮੁਸਕਰਾ ਰਹੇ ਆ, ਕਿਰਪਾ ਕਰ ਰਹੇ ਆ ਸਤਿਗੁਰੂ ਜੀ, ਬਖਸ਼ਿਸ਼ਾਂ ਕਰ ਰਹੇ ਆ। ਤੇ ਮਹਾਰਾਜ ਨੇ ਪੀਰ ਵੱਲ ਤੱਕ ਕੇ ਆਪਣੇ ਨੰਨੇ ਨੰਨੇ ਚਰਨ ਕਮਲ ਦੋਵਾਂ ਕੁੱਜੀਆਂ ਦੇ ਉੱਤੇ ਇੱਦਾਂ ਰੱਖ ਦਿੱਤੇ। ਆਖੋ ਸਤਨਾਮ, ਕਿ ਨਾ ਮੈਂ ਹਿੰਦੂਆਂ ਦਾ ਤੇ ਨਾ ਮੈਂ ਮੁਸਲਮਾਨਾਂ ਦਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਪੀਰ ਜੀ ਨੇ ਮੱਥਾ ਟੇਕਿਆ। ਸਾਧ ਸੰਗਤ ਜੀ ਚੇਲੇ ਕਹਿੰਦੇ ਇਹ ਕੀ? ਕਹਿੰਦੇ ਆਹ ਦੇਖੋ, ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ, ਇਹੀ ਤੇ ਕਿਹਾ ਸੀ ਰੱਬ ਆ ਗਿਆ। ਹੁਣ ਸਵਾਲ ਇਹ ਬਣਦਾ ਵੀ ਪੀਰ ਨੂੰ ਕੋਈ ਸ਼ੰਕਾ ਸੀ, ਉਹਨੇ ਪਰਖ ਕੀਤੀ ਆ? ਸਾਧ ਸੰਗਤ ਜੀ ਪੀਰ ਨੂੰ ਸ਼ੰਕਾ ਨਹੀਂ ਸੀ, ਚੇਲਿਆਂ ਨੂੰ ਸ਼ੰਕਾ ਸੀ। ਉਹ ਸ਼ੰਕਾ ਕੱਢਣ ਵਾਸਤੇ ਇੱਥੇ ਲਿਆਇਆ ਸੀ। ਤੇ ਫਿਰ ਉੱਥੇ ਬਾਜੇ ਗਾਜੇ ਵੱਜੇ, ਮਠਿਆਈਆਂ ਵਰਤੀਆਂ। ਸਾਧ ਸੰਗਤ ਜੀ ਹਰ ਪਾਸੇ ਹੋ ਗਿਆ ਕਿ ਸਭਨਾਂ ਦਾ ਪੀਰ ਆ ਗਿਆ। ਇਹ ਪੀਰਾਨ ਪੀਰ ਹੈ, ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ, ਇਹ ਸਾਰਿਆਂ ਦਾ ਸਾਂਝਾ ਰਹਿਬਰ ਆ ਗਿਆ। ਇੱਦਾਂ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ ਇਹ ਕੌਤਕ ਵਰਤਿਆ। ਹੋਰ ਅਨੇਕਾਂ ਕੌਤਕ। 7 ਸਾਲ ਮਹਾਰਾਜ ਉੱਥੇ ਰਹੇ ਆ। ਆਪਾਂ ਫਿਰ ਕੱਲ੍ਹ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸੋ ਗੱਲ ਇਹ ਹੈ ਕਿ ਜਿਨ੍ਹਾਂ ਦੀ ਭਾਈ ਭਾਵਨਾ ਬਣ ਗਈ, ਉਹਨਾਂ ਨੇ ਰੱਬ ਦਾ ਦਰਸ਼ਨ ਕਰ ਲਿਆ। ਜਿਨ੍ਹਾਂ ਦੀ ਭਾਵਨਾ ਬਣ ਗਈ, ਕੇਵਲ ਜਿਹੜੇ ਕਰਮ ਕਾਂਡਾਂ ਕਰਕੇ ਜਾਂਦੇ ਰਹੇ, ਫਿਰ ਉਹ ਕਰਮ ਕਾਂਢੀ ਬਣ ਕੇ ਹੀ ਚਲੇ ਜਾਂਦੇ ਆ, ਪੱਲੇ ਕੁਝ ਨਹੀਂ ਪੈਂਦਾ। ਮਹਾਰਾਜ ਦਾ ਅੱਜ ਦਾ ਹੁਕਮਨਾਮਾ ਸਾਹਿਬ ਵੀ ਇਹੀ ਆ, ਕਰਮ ਧਰਮ ਪਾਖੰਡ ਜੋ ਦਿਸੈ ਜਮ ਜਾਗਾਤੀ ਲੁੱਟੈ। ਉਹਨਾਂ ਨੂੰ ਤਾਂ ਜਮ ਵੀ ਲੁੱਟ ਲੈਂਦੇ ਆ ਜਿਹੜੇ ਕੇਵਲ ਦਿਖਾਵਾ ਕਰਦੇ ਆ। ਸੋ ਸਤਿਗੁਰ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਸਰਬੱਤ ਸੰਗਤਾਂ ਜੋ ਜੋ ਮਾਈ ਭਾਈ ਆਇਆ, ਸਭ ਦੀਆਂ ਭਾਵਨਾਵਾਂ ਸਤਿਗੁਰ ਜਾਣੀ ਜਾਣ, ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣ। 25, 26, 27 ਫਰਵਰੀ ਦਾ ਆਪਣੇ ਪਿੰਡ ਦੀ ਸਭਾ ਹੈ, ਜੋੜ ਮੇਲਾ ਹੈ। ਸਭਨਾਂ ਨੇ ਤਰੀਕ ਯਾਦ ਰੱਖਣੀ, 25, 26, 27। 25 ਤਾਰੀਖ ਨੂੰ ਨਗਰ ਕੀਰਤਨ, ਫਿਰ ਉੱਦਾਂ ਹੀ ਦੀਵਾਨ। 27 ਦੀ ਸਮਾਪਤੀ। ਸਭਨਾਂ ਨੇ ਭਾਈ ਆਪੋ ਆਪਣੇ ਕੰਮਾਂ ਕਾਰਾਂ ਦਾ ਪਹਿਲਾਂ ਹੀ ਉਸੇ ਢੰਗ ਨਾਲ ਸੰਕੋਚ ਲੈਣੇ ਆ। ਆਪਣੇ ਵਿਆਹ ਕਾਰਜ ਆਦਿ ਉਹਨਾਂ ਤਰੀਕਾਂ ਦੇ ਵਿੱਚ ਨਾ ਆਉਣ, ਕੋਈ ਜ਼ਰੂਰੀ ਕੰਮ ਕਾਜ ਨਾ ਆਵੇ। ਇਸ ਕਰਕੇ ਆਪਾਂ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਤਿਆਰ ਰਹੀਏ, ਇਹ ਬੇਨਤੀ ਪ੍ਰਵਾਨ ਕਰਿਓ। ਆਓ ਕੜਾ ਪ੍ਰਸ਼ਾਦੀ ਦੇਗ ਵਰਤੇਗੀ, ਰਲ ਕੇ ਆਪਾਂ ਸਾਰੇ ਸਤਿਗੁਰ ਦਾ ਨਾਮ ਜਪੀਏ ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ, ਵਾਹਿਗੁਰੂ 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 ਜੀ। ਜਪੋ ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।